ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ ਲੇਟੈਸਟ ਅਪਡੇਟਸ ਤੁਹਾਡੇ ਲਈ ਚੰਗੀਆਂ ਆਪਸ਼ਨਸ ਹਰ ਇੱਕ ਪ੍ਰੋਫਾਈਲ ਵਾਈਜ਼ ਵੀ ਡਿਸਕਸ ਕਰਾਂਗੇ ਕਿਹੜੀ ਆਪਸ਼ਨਸ ਹੈ ਤੁਸੀਂ ਕਿਵੇਂ ਜੋ ਅਪਲਾਈ ਕਰਕੇ ਜਲਦੀ ਤੋਂ ਜਲਦੀ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹੋ। ਸੋ ਤੁਸੀਂ ਇਸ ਸ਼ੋ ਦੇ ਵਿੱਚ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੋ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਲਗਾਤਾਰ ਜੋ ਨੰਬਰ ਡਿਸਪਲੇ ਹੋ ਰਿਹਾ ਇਸ ਉੱਪਰ ਵੀ ਕਾਲ ਕਰ ਸਕੋਗੇ। ਤਾਂ ਅੱਜ ਦੀ ਡਿਸਕਸ਼ਨ ਦੇ ਲਈ ਅਸੀਂ ਸਟੂਡੀਓ ਵਿੱਚ ਇਨਵਾਈਟ ਕੀਤਾ ਹੈ ਜੀ SAS ਮੋਹਾਲੀ ਤੋਂ ਵੀਜ਼ਾ ਐਕਸਪਰਟ ਮਿਸਟਰ ਸੁਭਾਸ਼ ਮਹਾਜਨ ਜੀ ਨੂੰ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ ਜੀ ਜਿੱਥੇ ਆਪਾਂ ਲੇਟੈਸਟ ਅਪਡੇਟਸ ਦੀ ਗੱਲ ਕਰਦੇ ਤਾਂ ਦੇਖੋ ਹੁਣ ਆਪਾਂ ਹਰ ਇੱਕ ਪ੍ਰੋਫਾਈਲ ਬਾਰੇ ਜ਼ਰੂਰ ਮੈਂ ਡਿਸਕਸ ਕਰਨਾ ਚਾਹੂੰਗੀ। ਚੰਗੀ ਪ੍ਰੋਫਾਈਲਸ ਦੀ ਵੀ ਗੱਲ ਕਰ ਲਈ, ਵੀਕ ਪ੍ਰੋਫਾਈਲਸ ਦੀ ਵੀ ਗੱਲ ਕਰਨਾ ਚਾਹੂੰਗੀ। ਪਹਿਲਾਂ ਵੀਕ ਪ੍ਰੋਫਾਈਲਸ ਤੋਂ ਹੀ ਆ ਜਾਈਏ ਜਿਨ੍ਹਾਂ ਦੇ 1 ਜਾਂ 2 ਤੋਂ ਵੱਧ ਟਾਈਮ ਰਿਫਿਊਜ਼ਲ ਆ ਚੁੱਕੀਆਂ ਨੇ ਉਹਨਾਂ ਨੂੰ ਅੱਜ ਦੇ ਟਾਈਮ ਵਿੱਚ, ਕਿਉਂਕਿ ਸਭ ਤੋਂ ਜ਼ਰੂਰੀ ਹੁੰਦਾ ਕਿ ਸਮੇਂ ਨੂੰ ਬਚਾਇਆ ਜਾਵੇ, ਸਹੀ ਟਾਈਮ ਤੇ ਫਾਈਲ ਲਗਾਈ ਜਾਏ। ਕਿੱਥੇ ਸੁਜੈਸਟ ਕਰਦੇ ਉਹਨਾਂ ਨੂੰ, ਕਿਉਂਕਿ ਕੈਨੇਡਾ ਦਾ ਮੁਸ਼ਕਿਲ ਲੱਗਦਾ ਹੈ, ਆਸਟ੍ਰੇਲੀਆ ਵਿੱਚ ਕਿਵੇਂ ਜਾਂ ਫਿਰ UK ਵੱਲ ਦੇਖਣਾ ਚਾਹੀਦਾ ਹੈ? ਹਾਂ, ਜਿਵੇਂ ਹੁਣ ਤੁਸੀਂ ਗੱਲ ਕਰਕੇ ਹਟੇ ਹੋ ਆਸਟ੍ਰੇਲੀਆ ਦਾ, ਇਸ ਟਾਈਮ ਨਾ ਇੱਕ ਆਸਟ੍ਰੇਲੀਆ ਦੀ ਖਾਸੀ ਅਫਵਾਹ ਫੈਲੀ ਹੋਈ ਹੈ। ਮੇਰੇ ਕੋਲ 2-4 ਕਲਾਇੰਟਸ ਦੀ ਕੁਐਰੀ ਵੀ ਆਈ ਹੈ, ਕਲਾਇੰਟ ਜੋ ਮਿਲਦੇ ਵੀ ਆਪਾਂ ਉਹਨਾਂ ਦੇ ਨਾ ਦਿਮਾਗ 'ਚ ਇੱਕ ਪੁਆਇੰਟ ਹੈ, ਯਾਰ ਉਹਨੂੰ ਹਰਿਆਣਾ ਬੋਰਡ ਦੇ ਲੈ ਨਹੀਂ ਰਹੇ। ਯਾਰ ਕਮ ਸੇ ਕਮ ਜੇ ਅਸੀਂ ਕਿਸੇ ਬੰਦੇ ਨੂੰ ਸਹੀ ਰਸਤੇ ਨਹੀਂ ਪਾ ਸਕਦੇ ਤਾਂ ਉਹਨੂੰ ਗਲਤ ਸਲਾਹ ਵੀ ਤਾਂ ਨਾ ਦਈਏ। ਮੇਰੇ ਕਹਿਣ ਦਾ ਮਕਸਦ, ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਰਿਫਿਊਜ਼ਲ ਦੀ, ਐਕਚੁਅਲੀ ਕੀ ਹੈ ਕਿ ਆਪਾਂ ਲੋਕਾਂ ਨੇ ਜਿਹੜਾ ਰਿਫਿਊਜ਼ਲ ਟਰਮ ਨੂੰ ਇੱਕ ਬੜਾ ਹੀ ਵੱਡਾ ਇੱਕ ਹਊਆ ਬਣਾਇਆ ਹੋਇਆ ਕਿ ਬੱਚੇ ਅੱਧੇ ਤਾਂ ਡਰਦੇ ਮਾਰੇ ਤੋਂ ਹੀ, ਚਾਹੇ ਉਹਦਾ ਪ੍ਰੋਫਾਈਲ ਵੀਜ਼ੇ ਵਾਲੀ ਵੀ ਹੋਏ, ਉਹ ਡਰਦੇ ਮਾਰੇ ਹੀ ਅਪਲਾਈ ਨਹੀਂ ਕਰਦਾ। ਹੁਣ ਘੱਟੋ ਘੱਟ ਅੱਜ ਮੈਂ 5-7 ਬੰਦਿਆਂ ਦੀ ਕੁਐਰੀ ਸੁਣੀ, ਯਾਰ ਸਾਡੇ ਉੱਧਰ ਦਾ ਕਹਿ ਰਿਹਾ ਹਰਿਆਣਾ ਬੋਰਡ ਵਾਲੇ ਪਿਕ ਨਹੀਂ ਕਰ ਰਹੇ ਜੀ, ਉਹ 2020 ਵਾਲੇ ਨੂੰ ਵੀਜ਼ਾ ਨਹੀਂ ਦੇ ਰਹੇ। ਦੇਖੋ ਇਹ ਗੱਲਾਂ ਹੈਗੀਆਂ, ਕਈਆਂ ਸੁਣੀਆਂ, ਮੈਂ ਕਹਿ ਦਿੱਤੀ ਦੇਖੋ ਇਹ ਇਨਸਾਨ ਦੀ ਨੇਚਰ ਹੈ, 1 ਦੀਆਂ 2, 2 ਦੀਆਂ 4, 4 ਦੀਆਂ 8 ਬੰਦਾ। ਦੇਖੋ ਮੈਡਮ, ਅਸੀਂ ਉਸ ਚੀਜ਼ ਨੂੰ ਮੰਨਦੇ ਹਾਂ ਜੋ ਚੀਜ਼ ਅੰਬੈਸੀ ਨੇ ਆਪਣੀ ਵੈਬਸਾਈਟ ਤੇ ਆਪਣੇ ਪੋਰਟਲ ਤੇ ਅਪਲੋਡ ਕੀਤੀ ਹੈ। ਸਮਝ ਰਹੇ ਗੱਲ ਨੂੰ? ਹੁਣ ਕਈ ਬੰਦੇ ਆਉਂਦੇ ਆ ਜੀ ਉਹ 20 ਵਾਲੀ ਲੈ ਨਹੀਂ ਰਹੇ ਜੀ, 21 ਵਾਲੀ ਨੂੰ ਦੇ ਰਿਹਾ, ਉਹਨਾਂ ਨੇ ਹਰਿਆਣਾ ਬੋਰਡ ਬੰਦ ਕਰਤਾ ਜੀ, UK ਇੱਦਾਂ ਕਰ ਰਿਹਾ, ਆਸਟ੍ਰੇਲੀਆ ਇੱਦਾਂ ਕਰ ਰਿਹਾ, ਕੈਨੇਡਾ ਇੱਦਾਂ ਕਰ ਰਿਹਾ। ਦੇਖੋ ਭਾਈ ਯਾਰ, ਮੇਰੀ ਇੱਕ ਚੀਜ਼ ਨੂੰ ਸਮਝੋ, ਇੱਦਾਂ ਦਾ ਕੋਈ ਨਹੀਂ ਕਰ ਰਿਹਾ, ਇੱਦਾਂ ਦਾ ਤੁਹਾਡਾ ਏਜੰਟ ਕਹਿ ਰਿਹਾ, ਜੋ ਕਹਿ ਰਿਹਾ ਉਹ ਗਲਤ ਕਹਿ ਰਿਹਾ। ਅਸੀਂ ਉਸ ਚੀਜ਼ ਨੂੰ ਮੰਨਾਂਗੇ ਜੋ ਅੰਬੈਸੀ ਆਪਣੀ ਵੈਬਸਾਈਟ ਤੇ ਮੈਂਸ਼ਨ ਕਰੇਗੀ, ਜੋ ਡੈਡਲੀ ਉਸ ਚੀਜ਼ ਨੂੰ ਅਮੈਂਡ ਕਰੇਗੀ। ਦੇਖੋ ਬਾਕੀ ਰਿਫਿਊਜ਼ਲ ਮਕਸਦ ਇਹ ਨਹੀਂ ਹੈਗਾ ਕਿ ਤੁਸੀਂ ਤੁਹਾਡੀ ਰਿਫਿਊਜ਼ਲ ਆ ਗਈ ਹੈ ਤੇ ਤੁਸੀਂ ਉਸ ਕੰਟਰੀ ਦੇ ਤੁਹਾਡੇ ਦਰਵਾਜ਼ੇ ਬੰਦ ਹੋ ਗਏ। ਰਿਫਿਊਜ਼ਲ ਨੂੰ ਅਸੀਂ ਸਮਝੀਏ, ਰਿਫਿਊਜ਼ਲ ਚੀਜ਼ ਇਹ ਹੈ ਕਿ ਜਿਹੜੀ ਤੁਹਾਡੀ ਫਾਈਲ ਦੀ ਰਿਪਰੈਜ਼ੈਂਟੇਸ਼ਨ ਸੀ, ਜਿਸ ਵੇ ਦੇ ਨਾਲ ਤੁਸੀਂ ਫਾਈਲ ਹਾਈ ਕਮਿਸ਼ਨ ਦੇ ਵਿੱਚ ਅਪਲੋਡ ਕੀਤੀ, ਚਾਹੇ ਉਹ UK ਹੈ, ਚਾਹੇ ਉਹ ਕੈਨੇਡਾ ਹੈ, ਚਾਹੇ ਉਹ ਆਸਟ੍ਰੇਲੀਆ ਹੈ, ਚਾਹੇ ਉਹ USA ਹੈ, ਵੀਜ਼ਾ ਆਫਿਸਰ ਨੂੰ ਤੁਹਾਡੀ ਉਹ ਫਾਈਲ ਦੀ ਰਿਪਰੈਜ਼ੈਂਟੇਸ਼ਨ ਪਸੰਦ ਨਹੀਂ ਆਈ, ਉਹ ਸਪੈਸ਼ਲੀ ਯੂ ਆਰ ਦਾ ਵੈਲਕਮ ਕਿ ਤੁਸੀਂ ਦੁਬਾਰਾ ਉਸ ਚੀਜ਼ ਦੇ ਰਿਵਿਊ ਨੂੰ ਉਸ ਨੂੰ ਰੀਅਪੀਲ ਕਰ ਸਕਦੇ ਹੋ। ਬਾਕੀ ਐਡਮਿਨਿਸਟ੍ਰੇਟਿਵ ਰਿਵਿਊ ਦਿੱਤਾ ਹੈ, ਕੀ ਰਿਵਿਊ ਦੇ ਕਲੋਜ਼ਸ ਹੈਗੇ ਆ, ਉਸ ਚੀਜ਼ ਨੂੰ ਕਰਕੇ ਆਪਾਂ ਫਾਈਟ ਕਰ ਸਕਦੇ ਹਾਂ। ਜੀ ਬਿਲਕੁਲ। ਕਾਲਰਸ ਵੀ ਸਾਡੇ ਨਾਲ ਲਾਈਨ ਤੇ ਜੁੜਨੇ ਸ਼ੁਰੂ ਹੋ ਚੁੱਕੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂ, ਕਿਰਨ ਗੱਲ ਕਰ ਰਹੀ ਹਾਂ ਮੈਂ ਹਰਿਆਣਾ ਤੋਂ, ਕਰਨਾਲ ਤੋਂ। ਹਾਂਜੀ, ਕੀ ਸਵਾਲ ਹੈ? ਮੈਂ ਨਾ ਆਸਟ੍ਰੇਲੀਆ ਦੇ ਵੀਜ਼ਾ ਦੇ ਲਈ ਪੁੱਛਣਾ ਸੀ। ਪ੍ਰੋਫਾਈਲ ਦੱਸ ਦਿਓ ਆਪਣੀ ਪਹਿਲਾਂ। ਗ੍ਰੈਜੂਏਸ਼ਨ ਕੀਤੀ ਹੈ 2019 ਦੇ ਵਿੱਚ BCom। ਠੀਕ ਹੈ, ਹਾਂਜੀ। 62% ਨੰਬਰ ਨੇ ਮੈਮ ਮੇਰੇ। ਠੀਕ ਹੈ, ਆਇਲਸ ਕਲੀਅਰ ਕੀਤਾ ਤੁਸੀਂ? ਹਾਂਜੀ, 6.5 ਨੋਟ ਲੈਸ ਦੈਨ 6 ਹੈ ਮੈਮ। ਠੀਕ ਹੈ, ਪਹਿਲਾਂ ਕੋਈ ਅਪਲਾਈ ਕੀਤਾ ਹੁਣ ਤੱਕ? ਪਹਿਲਾਂ ਕੈਨੇਡਾ ਰਿਫਿਊਜ਼ਲ ਨੇ ਮੈਮ 2। ਓਕੇ, 2 ਵਾਰ ਰਿਫਿਊਜ਼ਲ ਆ ਚੁੱਕੀ ਹੈ ਜੀ। ਹਾਂਜੀ। ਕਿਰਨ, ਆਫਟਰ 19 ਕੁਝ ਕੀਤਾ ਤੁਸੀਂ ਜਾਂ ਫ੍ਰੀ ਹੋ? ਸਰ ਜੌਬ ਕੀਤੀ ਹੈ ਐਜ਼ ਅਕਾਊਂਟੈਂਟ। ਠੀਕ ਹੈ, ਤੇ ਸੈਲਰੀ ਕਰ ਰਹੀ ਹਾਂ ਮੈਂ ਹੁਣ। ਸੈਲਰੀ ਅਕਾਊਂਟ 'ਚ ਜਾਂ ਕੈਸ਼ ਹੈ ਤੁਹਾਡੀ? ਪਹਿਲੇ 2 ਇਅਰ ਤਾਂ ਕੈਸ਼ ਸੀਗੀ, ਹੁਣ ਅਕਾਊਂਟ 'ਚ ਹੈ। ਓਕੇ, ਗ੍ਰੇਟ। ਜੀ ਬਿਲਕੁਲ ਕਿਰਨ, ਜਿਹੜੀ ਤੁਹਾਡੀ ਪ੍ਰੋਫਾਈਲ ਹੈਗੀ ਆ ਆਸਟ੍ਰੇਲੀਆ ਦੇ ਲਈ ਅੱਛੇ ਲੈਵਲ 1 ਦੇ ਆਈਦਰ ਕਾਲਜ ਜਾਂ ਯੂਨੀਵਰਸਿਟੀ ਦੇ ਲਈ, ਅਕੋਰਡਿੰਗ ਟੂ ਯੂਰ ਬਜਟ ਤੁਸੀਂ ਇਸ ਪ੍ਰੋਫਾਈਲ ਨੂੰ ਨਾਲ ਆਸਟ੍ਰੇਲੀਆ ਦੇ ਵੀਜ਼ਾ ਨੂੰ ਗੈਟ ਕਰ ਸਕਦੇ ਹੋ। ਹੁਣ ਕੰਡੀਸ਼ਨਸ ਮੈਮ ਕਿੱਥੇ ਆਉਂਦੀਆਂ? ਹੁਣ ਵੇਖਿਆ ਜਾਏ ਤਾਂ ਬੱਚੇ ਦੀ ਰਿਕੁਆਇਰਮੈਂਟ ਐਜ਼ ਪਰ ਦਾ ਲੈਵਲ 1 ਕ੍ਰਾਈਟੇਰੀਆ ਜਾਂ GT ਪ੍ਰੋਸੈਸ ਦੇ ਲਈ ਫੁੱਲਫਿਲ ਹੈ। ਹੁਣ ਜਦੋਂ ਗੱਲ ਆਸਟ੍ਰੇਲੀਆ ਦੀ ਆਉਂਦੀ ਹੈ ਤਾਂ ਮੇਰੇ ਦਿਮਾਗ ਤੇ ਇੱਕੋ ਪੁਆਇੰਟ ਬਚਦਾ, GT, ਜੈਨੂਇਨ ਟੈਂਪਰੇਰੀ ਐਂਟਰੈਂਟ। GT ਦੇ ਵਿੱਚ ਸਭ ਤੋਂ ਮਸਟ ਚੀਜ਼ ਹੋਗੀ ਤੁਹਾਡੀ ਗੈਪ ਦੀ ਜਸਟੀਫਿਕੇਸ਼ਨ, ਕਿ ਤੁਸੀਂ 19 ਤੋਂ ਲੈ ਕੇ 22 ਤੱਕ ਟਿਲ ਨਾਓ ਤੱਕ ਕੀ ਕੀਤਾ ਹੋਇਆ। ਹੁਣ ਕੰਸਰਨ ਕਿੱਥੇ ਇੱਥੇ ਡਿਪੈਂਡ ਕਰਦਾ ਹੈ ਤੁਹਾਡੀ ਐਡਮਿਸ਼ਨ ਟੀਮ ਦੇ ਉੱਤੇ, ਤੁਹਾਡੇ ਕੰਸਲਟੈਂਟ ਦੇ ਉੱਤੇ, ਉਹ ਕਿਸ ਅਕੋਰਡਿੰਗ ਤੁਹਾਡੀ ਜਸਟੀਫਿਕੇਸ਼ਨ ਦਿੰਦਾ ਹੈ। ਹੁਣ ਐਟ ਦ ਐਂਡ ਨੋ ਡਾਊਟ ਹੈ ਕਹਿ ਰਹੇ ਕਿ ਅਸੀਂ ਕੰਮ ਕੀਤਾ ਹੈ, ਸੈਲਰੀ ਕੈਸ਼ ਹੈ, ਉਸ ਕੈਸ਼ ਦੀ ਜਸਟੀਫਿਕੇਸ਼ਨ ਨੂੰ ਤੁਸੀਂ ਕਿਵੇਂ ਯੂਨੀਵਰਸਿਟੀ ਨੂੰ ਸੈਟੀਸਫਾਈ ਕਰਦੇ ਹੋ, ਕਿਵੇਂ ਤੁਸੀਂ ਅਕੈਡਮੀ ਨੂੰ ਸੈਟੀਸਫਾਈ ਕਰਦੇ ਹੋ, ਕਿਵੇਂ ਅੰਬੈਸੀ ਨੂੰ ਸੈਟੀਸਫਾਈ ਕਰਦੇ ਹੋ। ਹੁਣ ਦੂਸਰਾ ਕੰਸਰਨ ਉੱਥੇ ਆਉਂਦਾ ਹੈ ਫੰਡਸ ਨੂੰ ਲੈ ਕੇ। ਹੁਣ ਜਦੋਂ ਗੱਲ ਆਉਂਦੀ ਹੈ GT ਦੀ, GT ਮੀਨਸ ਤੁਹਾਡੇ ਫੰਡਸ ਦੀ ਪ੍ਰੋਪਰਲੀ ਵੈਰੀਫਿਕੇਸ਼ਨ ਕਿ ਤੁਹਾਡੇ ਫੰਡਸ ਕਿੰਨੇ ਕੁ ਸੋਲਿਡ ਹੈ, ਕਿਸ ਅਕੋਰਡਿੰਗ ਤੁਸੀਂ GT ਨੂੰ ਕੰਸਰਨ ਨੂੰ ਕਲੀਅਰ ਕਰਦੇ ਹੋ। ਸੋ ਬਾਕੀ ਕਿਰਨ, ਇਸ ਪ੍ਰੋਫਾਈਲ ਦੇ ਨਾਲ ਤੁਸੀਂ ਜਿਹੜੇ ਹੈਗਾ ਆਸਟ੍ਰੇਲੀਆ ਦੇ ਵੀਜ਼ਾ ਨੂੰ ਗੈਟ ਕਰ ਸਕਦੇ ਹੋ। ਲੈਵਲ 1 ਦੇ ਵਿੱਚ ਅੱਛੀ ਯੂਨੀਵਰਸਿਟੀਜ਼ ਹੈਗੀਆਂ, ਬਟ ਐਜ਼ ਪਰ ਡਿਲੇ ਨਾ ਕਰੋ, ਬਿਕੋਜ਼ ਇਸ ਟਾਈਮ ਜਿਹੜਾ ਹੈਗਾ ਕਲਾਇੰਟ ਰਸ਼ ਹੈ ਜਾਂ ਕਰਾਊਡ ਰਸ਼ ਹੈ ਆਸਟ੍ਰੇਲੀਆ ਦੇ ਲਈ, ਬਿਕੋਜ਼ ਸੁਣਨ 'ਚ ਵੀ ਆ ਰਿਹਾ ਹੈ ਕਿ ਸਭ ਬੰਦੇ ਕਹਿ ਰਹੇ ਆ ਕਿ ਯਾਰ ਇਸ ਟਾਈਮ ਆਸਟ੍ਰੇਲੀਆ ਦਾ ਵੀਜ਼ਾ ਹੈ, ਤੇ ਸਾਰਿਆਂ ਦਾ ਰੁਝਾਨ ਜਿਹੜਾ ਹੈਗਾ ਆਸਟ੍ਰੇਲੀਆ ਨੂੰ ਲੈ ਕੇ ਆ। ਇਹ ਨਾ ਹੋਏ ਕਿ ਵੇਲੇ ਦੀ ਨਵਾਜ਼ ਵੇਲੇ ਦੀਆਂ ਟੱਕਰਾਂ ਨਾਲ ਸਾਫ ਹੋ ਜਾਏ ਆਪਾਂ ਨੂੰ। ਜੀ ਬਿਲਕੁਲ। ਸੋ ਜਿੱਥੇ ਦਾ ਜੋ ਰੁਝਾਨ ਹੁੰਦਾ ਹੈ, ਕਿੱਥੇ ਸਟੂਡੈਂਟਸ ਫਾਈਲ ਲਗਾਉਣ ਤੇ ਫਾਇਦਾ ਹੋ ਸਕਦਾ, ਅਸੀਂ ਵੀ ਉਹੀ ਸਲਾਹ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਅਗਲੇ ਕਾਲਰ ਵੀ ਸਾਡੇ ਨਾਲ ਲਾਈਨ ਤੇ ਜੁੜ ਗਏ ਨੇ। ਹੈਲੋ
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਵਿਸ਼ਾਲ ਗੱਲ ਕਰ ਰਿਹਾ ਜੀ, ਲੁਧਿਆਣੇ ਤੋਂ। ਹਾਂਜੀ ਵਿਸ਼ਾਲ ਜੀ, ਕੀ ਸਵਾਲ ਹੈ ਤੁਹਾਡਾ? ਮੈਂ ਜੀ ਯੂਕੇ ਬਾਰੇ ਪੁੱਛਣਾ ਸੀਗਾ ਮੈਮ। ਓਕੇ ਓਕੇ, ਪ੍ਰੋਫਾਈਲ ਦੱਸ ਦਿਓ ਆਪਣੀ। ਮੈਮ +2 ਕੀਤੀ ਸੀਗੀ ਮੈਮ, ਮੇਰੇ 76% ਨੇਗੇ। ਕਿਹੜੇ ਈਅਰ ਵਿੱਚ ਕੀਤੀ ਹੈ? ਨਹੀਂ ਕੀਤੀ ਮੈਮ ਮੈਂ। ਕਿਹੜੇ ਈਅਰ ਵਿੱਚ? 2020 ਦੇ ਵਿੱਚ ਹੋਈ ਹੈ ਕੰਪਲੀਟ ਮੈਮ। ਓਕੇ ਹਾਂਜੀ ਠੀਕ ਹੈ। ਵਿਸ਼ਾਲ ਤੁਹਾਡੇ ਇੰਗਲਿਸ਼ 'ਚ ਕਿੰਨੇ ਪਰਸੈਂਟੇਜ ਆ? ਸਰ ਮੇਰੇ 71 ਨੇਗੇ ਸਰ। ਬੋਰਡ ਕਿਹੜਾ ਤੁਹਾਡਾ? ਆਰਟਸ ਹੈ ਸਰ। ਨਹੀਂ ਬ੍ਰਦਰ, ਬੋਰਡ ਕੋਡ ਆ ਵਿਸ਼ਾਲ, ਬੋਰਡ ਕਿਹੜਾ ਤੁਹਾਡਾ? ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ, CBSE ਹੈ? ਪੰਜਾਬ ਬੋਰਡ ਹੈ ਸਰ, ਪੰਜਾਬ ਬੋਰਡ। ਓਕੇ ਗ੍ਰੇਟ। ਜੀ ਬਿਲਕੁਲ ਵਿਸ਼ਾਲ, ਜੋ ਵਿਸ਼ਾਲ ਦਾ ਕੁਐਸਚਨ ਹੈਗਾ ਇਹ ਅੱਧੇ ਪੰਜਾਬੀਆਂ ਦਾ ਕੁਐਸਚਨ ਹੈ, ਜੋ ਕਹਿ ਰਹੇ ਹੈ ਕਿ UK ਜਾਣਾ ਚਾਹੁੰਦੇ ਆ, ਲੇਕਿਨ ਇਸ ਟਾਈਮ ਸਾਡਾ ਏਜੰਟ ਮਨਾ ਕਰ ਰਿਹਾ ਹੈ ਕਿ ਯਾਰ ਤੁਸੀਂ ਵਿਦਆਊਟ ਆਈਲਟਸ ਯੂਨੀਵਰਸਿਟੀ ਨਹੀਂ ਲੈ ਸਕਦੇ, ਇਵੇਂ ਆ। ਹੁਣ ਕੰਸਰਨ ਕਿੱਥੇ ਹੈਗਾ? ਪਹਿਲੇ ਤਾਂ ਮੈਂ ਚੀਜ਼ ਡੈਡਲੀ ਕਲੀਅਰ ਕਰਨਾ ਚਾਹੁੰਦਾ, ਇਹ ਨਹੀਂ ਹੈਗਾ ਕਿ ਯਾਰ ਹਰਿਆਣਾ ਬੋਰਡ ਵਾਲੇ ਬੱਚੇ ਨੇ ਕੀਤੀ ਹੈ ਤਾਂ ਉਹਦੇ ਇੰਨੇ ਪਰਸੈਂਟ ਚਾਹੀਦੀ ਹੈ ਜਾਂ ਉਹ ਅਸੈਪਟ ਨਹੀਂ ਕਰ ਰਿਹਾ, UK ਪੰਜਾਬ ਵਾਲਿਆਂ ਨੇ ਕੀਤੀ ਹੈ ਤੇ ਉਹ ਅਸੈਪਟ ਨਹੀਂ ਕਰ ਰਿਹਾ। ਕੰਸਰਨ ਕਿੱਥੇ ਹੈ? ਇਹਨੂੰ ਕਹਿੰਦੇ ਆ ਕਿ ਐਲੀਜੀਬਿਲਿਟੀ ਕ੍ਰਾਈਟੇਰੀਆ। ਤੁਸੀਂ ਵੇਖੋ ਕਿ ਜਿਸ ਯੂਨੀਵਰਸਿਟੀ ਦੇ ਤੁਸੀਂ ਐਡਮਿਸ਼ਨ ਲੈ ਰਹੇ ਹੋ, ਕਿਆ ਉਹ ਹਰਿਆਣਾ ਬੋਰਡ ਵਾਲਾ, ਸਟੇਟ ਬੋਰਡ ਵਾਲਾ, ਸੈਂਟਰ ਬੋਰਡ ਵਾਲਾ, ਕਿਆ ਉਸ ਬੋਰਡ ਵਾਲੇ ਬੱਚੇ ਨੂੰ ਅਸੈਪਟ ਕਰਦਾ ਹੈ? ਹੁਣ ਜ਼ਰੂਰੀ ਨਹੀਂ ਕਿ UK ਦੇ ਵਿੱਚ ਗਿਣੀਆਂ ਚੁਣੀਆਂ 10 ਯੂਨੀਵਰਸਿਟੀਆਂ। ਹੇਅਰਸ ਦ ਨੰਬਰ ਆਫ ਯੂਨੀਵਰਸਿਟੀਜ਼ ਇਨ ਦਾ UK, ਜਿਹਦਾ ਵਿੱਚ RQF ਲੈਵਲ 7 6 ਦੀ ਯੂਨੀਵਰਸਿਟੀਜ਼ ਦੇ ਕ੍ਰਾਈਟੇਰੀਆ ਨੂੰ ਉਹ ਮੀਟ ਕਰਦੀਆਂ, ਜਿਹਦੇ ਵਿੱਚ ਤੁਸੀਂ ਐਡਮਿਸ਼ਨ ਗੈਟ ਕਰ ਸਕਦੇ ਹੋ। ਹੁਣ ਜਿਵੇਂ ਵਿਸ਼ਾਲ ਦੀ ਗੱਲ ਕਰੀਏ, ਵਿਸ਼ਾਲ 2020 ਪਾਸ ਆਊਟ ਹੈਗਾ, ਇੰਗਲਿਸ਼ ਦੇ ਵਿੱਚ ਇਹਦੇ 70% ਮਾਰਕਸ ਹੈਗੇ ਆ, ਔਰ ਸੈਕੰਡਲੀ ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਪਾਸ ਹੈ। ਦੇਖੋ ਵਿਸ਼ਾਲ, ਇਹਦੇ ਵਿੱਚ ਕੀ ਹੈਗਾ, ਹੋ ਸਕਦਾ ਹੈ ਤੁਹਾਨੂੰ ਇਸ ਟਾਈਮ ਇਨਰ ਲੰਡਨ ਦੇ ਵਿੱਚ ਯੂਨੀਵਰਸਿਟੀਜ਼ ਨਾ ਮਿਲੇ, ਬਿਕੋਜ਼ ਇਸ ਟਾਈਮ ਜਿਹੜੀ ਐਡਮਿਸ਼ਨਸ ਹੈਗੀਆਂ ਸਤੰਬਰ ਇਨਟੇਕ ਦੀ ਫੋਰ ਦਾ ਬੈਚਲਰ ਕੋਰਸਿਸ ਜਾਂ ਅੰਡਰ ਗ੍ਰੈਜੂਏਟ ਕੋਰਸਿਸ, ਉਹ ਜ਼ਿਆਦਾ ਥੋੜੀ ਕਹਿ ਲਓ ਕਿ ਫਿਲ ਹੋ ਚੁੱਕੀ ਹੈ 90-95%। ਇਸ ਟਾਈਮ ਤੁਹਾਨੂੰ ਅਸੀਂ ਥੋੜਾ ਆਊਟਰ ਲੰਡਨ ਦੇ ਵਿੱਚ ਜਾ ਕੇ ਕਹਿ ਲਓ ਲਿਚੈਸਟਰ ਸਾਈਡ, ਮੈਨਚੈਸਟਰ ਸਾਈਡ ਜਾਂ ਵੋਲਵਰਹੈਂਪਟਨ ਸਾਈਡ, ਇਹਦੇ ਵਿੱਚ ਅਸੀਂ ਤੁਹਾਨੂੰ ਐਡਮਿਸ਼ਨ ਗੈਟ ਕਰਵਾ ਸਕਦੇ ਹਾਂ। ਹੁਣ ਬੱਚਿਆਂ ਦਾ ਜਦੋਂ ਵੀ ਮਾਈਂਡ ਸੈਟਅਪ ਹੁੰਦਾ ਤਾਂ ਇਹ ਹੁੰਦਾ ਯਾਰ UK ਜਾਣਾ ਤੇ ਲੰਡਨ ਜਾਣਾ। ਦੇਖੋ ਹੁਣ ਲੰਡਨ ਦੇ ਵਿੱਚ ਜਿਹੜੇ ਇਨਰ ਲੰਡਨ ਦੇ ਜਿਹੜੇ ਐਕਸਪੈਂਸਿਸ ਹੈਗੇ ਆ ਉਹ ਆਊਟਰ ਲੰਡਨ ਦੇ ਨਾਲ ਕਾਫੀ ਜ਼ਿਆਦਾ ਹੈ। ਮੀਨਵਾਈਲ ਮੇਰੇ ਕਹਿਣ ਦਾ ਮਕਸਦ, ਜਿਹੜਾ ਇੱਕ ਬੱਚਾ ਨੋਰਮਲੀ ਜਿਹੜਾ ਫੀਸ ਸਟਰਕਚਰ 12 ਤੋਂ 14 ਲੱਖ ਆਉਂਦਾ, ਜੇ ਆਪਾਂ ਉਹੀ ਆਊਟਰ ਲੰਡਨ ਸਾਈਡ ਜਾਵਾਂਗੇ ਨਾ, ਉਹ 8 ਤੋਂ 10 ਲੱਖ ਵੀ ਰਹਿ ਸਕਦਾ ਹੈ। ਔਰ ਕੱਲਾ ਅਸੀਂ ਪ੍ਰੈਸ਼ਰਾਈਜ਼ ਜਾਂ ਕਹਿ ਲਓ ਕੱਲਾ ਇਸ ਸਟ੍ਰੈਟੇਜੀ ਨੂੰ ਇਹੀ ਨਹੀਂ ਅਪਣਾ ਸਕਦੇ ਕਿ ਯਾਰ ਸਾਡੀ ਫੀਸ ਘੱਟ ਹੈ। ਇਹਦੇ ਨਾਲ ਆਪਾਂ ਇਹ ਵੀ ਦੇਖ ਸਕਦੇ ਹਾਂ ਕਿ ਕੱਲ੍ਹ ਨੂੰ ਜਦੋਂ ਆਪਾਂ ਫਾਈਲ ਐਮਬੈਸੀ ਲਾਣੀ ਹੈ, ਸਾਨੂੰ ਕਿਸ ਕੰਡੀਸ਼ਨਸ ਦੇ, ਕਿਸ ਸਲੈਬ ਦੇ ਫੰਡਸ ਚਾਹੀਦੇ ਆ। ਹੁਣ ਐਕਚੁਅਲੀ ਇੱਥੇ ਜ਼ਿਆਦਾਤਰ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਆ ਫੰਡ ਸ਼ੋਅ ਕਰਨ ਦੇ ਉੱਤੇ, ਬਿਕੋਜ਼ ਕਿਸੇ ਨੇ ਵੀ 28 ਦਿਨ ਪੁਰਾਣੇ ਫੰਡ ਹੋਲਡ ਨਹੀਂ ਕੀਤੇ। ਹਰ ਕੋਈ ਬੰਦਾ ਫੜ ਧੜ ਕੇ ਸ਼ੋਅ ਕਰਦਾ। ਦੇਖੋ ਮੇਰਾ ਤੇ ਆਪ ਦਾ ਇੱਕ ਮੰਨਣਾ ਹੈ, ਜੇ ਕਿਸੇ ਬੰਦੇ ਕੋਲ 20 ਲੱਖ ਆਪਣੇ ਘਰੇ ਪਿਆ ਹੋਏ ਤੇ ਕਦੇ ਨਹੀਂ ਬਾਹਰ ਜਾਂਦਾ, ਸਮਝ ਰਹੇ ਗੱਲ ਨੂੰ? ਤੇ ਹਰ ਕੋਈ ਬੰਦਾ ਫੜ ਧੜ ਕੇ ਰਿਸ਼ਤੇਦਾਰੀ ਤੋਂ ਜਾਂ ਕਹਿ ਲਓ ਕਿਸੇ ਆੜਤੀ ਤੋਂ ਫੜ ਲਿਆ, ਫਾਈਨੈਂਸਰ ਤੋਂ ਫੜ ਲਏ, ਫੰਡ ਸ਼ੋਅ ਕਰਦਾ। ਹੁਣ ਤੁਹਾਨੂੰ ਇੱਕ ਮੈਂ ਇਕੱਲੀ UK ਦੀ ਗੱਲ ਨਹੀਂ ਕਰਦਾ, ਮੈਂ ਆਲ ਓਵਰ ਦੀ ਜਿੰਨੀ ਵੀ ਸਟੱਡੀ ਪਰਮਿਟ ਦੇ ਲਈ ਕੰਟਰੀਜ਼ ਇਸ ਟਾਈਮ ਆਪਾਂ ਨੂੰ ਵੀਜ਼ਾ ਦਿੰਦੀ ਹੈ, ਉਹਦਾ ਇੱਕ ਫੰਡਸ ਦਾ ਫਾਰਮੂਲਾ ਹੈ। ਹੁਣ ਆਪਾਂ ਕਹਿੰਦੇ ਨੇ ਫੰਡਸ, ਯਾਰ ਕਈ ਵਾਰੀ ਬੱਚੇ ਆਉਂਦੇ ਆ, ਨਹੀਂ ਜੀ ਸਾਡੇ ਦਾ ਉੱਥੇ ਏਜੰਟ ਆ, ਉਹ ਤਾਂ ਕਹਿੰਦਾ 14 ਲੱਖ ਦੇ ਸ਼ੋਅ ਹੋਣੇ ਆ, ਕੁਝ ਏਜੰਟ ਕਹਿੰਦੇ ਨਹੀਂ ਜੀ ਉਹ ਤਾਂ 22 ਲੱਖ ਦੇ ਸ਼ੋਅ ਹੋਣੇ ਆ। ਦੇਖੋ ਜਿਹੜਾ ਫੰਡਸ ਦਾ ਫਾਰਮੂਲਾ ਕੀ ਹੈਗਾ, ਫੰਡਸ ਇਜ਼ ਇਕੁਅਲ ਟੂ 1 year ਯੂਰ ਟਿਊਸ਼ਨ ਫੀਸ, ਉਸ ਕੰਟਰੀ ਦਾ ਜਿਸ ਏਰੀਆ ਦਾ ਤੁਹਾਡਾ ਲਿਵਿੰਗ ਐਕਸਪੈਂਸ ਪਲੱਸ ਤੁਹਾਡੀ ਇੰਸ਼ੋਰੈਂਸ ਪਲੱਸ 에ਅਰ ਫੇਅਰ, ਇਹ ਚਾਰਾਂ ਚੀਜ਼ਾਂ ਨੂੰ ਕੰਸੀਡਰ ਕਰਕੇ ਸਾਡੇ ਬੰਦੇ ਆ ਲਿਵਿੰਗ ਐਕਸਪੈਂਸਿਸ ਕਿ ਜਿਹੜੇ ਆਪਾਂ ਨੇ ਫੰਡਸ ਟੂ ਸ਼ੋਅ ਕਰਨੇ ਆ ਅੰਬੈਸੀ ਦੇ ਵਿੱਚ। ਹੁਣ ਦੇਖੋ ਤੁਸੀਂ ਇਹ ਚਾਰਾਂ ਨੂੰ ਜੋੜ ਲਿਆ, ਤੁਹਾਡੀ ਸਾਲ ਦੀ ਫੀਸ ਪੇ ਹੋਗੀ, ਦੈਟਸ ਮੀਨ ਉਸ ਫਾਰਮੂਲੇ ਦੇ ਵਿੱਚੋਂ ਤੁਹਾਡੇ ਜਿਹੜੀ ਫੀਸ ਪੇ ਕਰ ਚੁੱਕੇ ਹੋ ਉਹ ਫੰਡਸ ਮਾਈਨਸ ਹੋ ਜਾਣਗੇ। ਇਹ ਦੈਟਸ ਏ ਐਗਜ਼ੈਕਟ ਵੇ ਜਿਹਨੂੰ ਆਪਾਂ ਫੰਡਸ ਨੂੰ ਕੈਲਕੂਲੇਟ ਕਰ ਸਕਦੇ ਹਾਂ। ਸੋ ਇਹ ਇੱਕ ਬੜਾ ਵੱਡਾ ਕਹਿ ਲਓ ਕਿ ਇੱਕ ਕੁਐਸਚਨ ਸੀ ਜਿਹਨੂੰ ਅਸੀਂ ਬਰੀਫਲੀ ਕਲੀਅਰ ਕੀਤਾ, ਤੇ ਹੋਪਸ ਹੋ ਕਿ ਤੁਹਾਨੂੰ ਇਨ ਫਿਊਚਰ ਇਸ ਚੀਜ਼ ਨੂੰ ਸਰਕਮਸਟੈਂਸਿਸ ਫੇਸ ਕਰਨਾ ਨਹੀਂ ਪਊਗਾ ਕਿ ਯਾਰ ਉਹ 14 ਲੱਖ ਮੰਗਦਾ, ਉਹ 18 ਮੰਗਦਾ। ਇਹ ਬਹੁਤ ਤਗੜਾ ਪੁਆਇੰਟ ਹੈਗਾ। ਬਿਲਕੁਲ ਬਹੁਤ ਹੀ ਚੰਗੀ ਗੱਲ ਹੈ, ਤੁਸੀਂ ਬਹੁਤ ਹੀ ਅੱਛਾ ਪੁਆਇੰਟ ਜੋ ਹੈ ਕਲੀਅਰ ਕਰ ਦਿੱਤਾ। ਵਾਕਈ ਇਸ ਚੀਜ਼ ਨੂੰ ਲੈ ਕੇ ਇੱਕ ਵਾਰੀ ਜੋ ਸਟੂਡੈਂਟਸ ਨੇ ਜਾਂ ਉਹਨਾਂ ਦੇ ਪੇਰੈਂਟਸ ਨੇ ਉਹ ਰਿਜਿਡ ਹੋ ਜਾਂਦੇ ਕਿ ਰਾਉਂਡ ਫਿਗਰ ਨੂੰ ਲੈ ਕੇ, ਖਾਣੇ ਨੂੰ ਤਾਂ ਇੰਨੀ ਫਿਗਰ ਕਹੀ ਗਈ ਸੀ, ਸਾਨੂੰ ਜ਼ਿਆਦਾ ਜਾਂ ਸਾਡੀ ਵਾਰੀ ਐਵੇਂ ਕਿਉਂ ਹੈ। ਸੋ ਇਹ ਇੱਕ ਫਾਰਮੂਲਾ ਜੋ ਹੈ ਅੱਜ ਦੱਸ ਦਿੱਤਾ ਸੁਭਾਸ਼ ਜੀ ਨੇ। ਸਰ ਤੁਸੀਂ ਖੁਦ ਕਿੱਥੇ ਵੀ ਜਿਸ ਵੀ ਜਗ੍ਹਾ ਲਈ ਅਪਲਾਈ ਕਰਦੇ ਹੋ, ਜਿਹੜੇ ਵੀ ਕੋਰਸ ਲਈ, ਤੁਸੀਂ ਖੁਦ ਮਤਲਬ ਦੇਖ ਸਕਦੇ ਹੋ ਕਿ ਸਾਡੀ ਕਿੰਨੀ ਬਣਦਾ ਸੀ, ਕਿੰਨੇ ਫੰਡ ਸ਼ੋਅ ਕਰਨੇ ਨੇ। ਤੇ ਇਸੇ ਤਰੀਕੇ ਨਾਲ ਅਸੀਂ ਇਸ ਸ਼ੋਅ ਦੇ ਜ਼ਰੀਏ ਹਰ ਉਹ ਪੁਆਇੰਟ ਤੁਹਾਡੇ ਤੱਕ ਕਲੀਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਸ ਨੂੰ ਲੈ ਕੇ ਤੁਹਾਡੇ ਮਨ ਵਿੱਚ ਕੋਈ ਦੁਵਿਧਾ ਹੋਵੇ ਜਾਂ ਤੁਹਾਨੂੰ ਲੱਗੇ ਕਿ ਅਸੀਂ ਸਹੀ ਐਗਜ਼ੈਕਟ ਇਨਫੋਰਮੇਸ਼ਨ ਕਿੱਥੋਂ ਹਾਸਲ ਕਰੀਏ। ਤਾਂ ਇਹ ਸ਼ੋਅ ਉਡਾਰੀ ਵਿਦੇਸ਼ਾਂ ਨੂੰ ਇਸੇ ਕਰਕੇ ਅਸੀਂ ਲੈ ਕੇ ਆਉਂਦੇ ਹਾਂ ਕਿ ਸਟੂਡੈਂਟ ਜੋ ਹੈ ਸਹੀ ਜਾਣਕਾਰੀ ਦੇ ਨਾਲ ਅੱਗੇ ਵਧਣ ਤੇ ਕਿਤੇ ਵੀ ਜੋ ਹੈ ਮਿਸਗਾਈਡ ਨਾ ਹੋਣ। ਤੇ ਲਗਾਤਾਰ ਜੋ ਹੈ ਨੰਬਰ ਵੀ ਡਿਸਪਲੇ ਹੋ ਰਿਹਾ ਸਕਰੀਨ ਦੇ ਉੱਪਰ, ਤੁਸੀਂ ਇਸ ਉੱਪਰ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ। ਐਸਐਸ ਮੋਹਾਲੀ ਦਾ ਆਫਿਸ ਮੋਹਾਲੀ ਦੇ ਵਿੱਚ ਸੈਕਟਰ 3B2 ਦੇ ਵਿੱਚ ਹੈ, ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਵੀ ਵਿਜ਼ਿਟ ਕਰ ਸਕਦੇ ਹੋ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਮ ਮੈਂ ਰਵੀ ਬਿਲੋਂਗ ਕਰਦਾ ਪਿਆ ਮੈਮ, ਕਿੱਧਰ ਬਾਤ ਹੋ? ਹਾਂਜੀ ਕੀ ਸਵਾਲ ਹੈ ਜੀ? ਮੈਮ ਆਸਟ੍ਰੇਲੀਆ ਲਈ ਕੁਐਰੀ ਕਰਨੀ ਸੀਗੀ।
ਓਕੇ, ਆਪਣੀ ਪ੍ਰੋਫਾਈਲ ਦੱਸ ਦਿਓ ਪਹਿਲਾਂ। ਤਾਂ ਮੇਰਾ ਹਾਲੇ ਰੀਸੈਂਟਲੀ ਆਈ ਸਕੋਰ ਆਇਆ ਸੀਗਾ 5.5 ਨੋਟ ਲੈਸ ਦੈਨ 5 ਇੱਕ ਮੋਡਿਊਲ ਦੇ ਵਿੱਚ। ਕੁਆਲੀਫਿਕੇਸ਼ਨ ਕੀ ਹੈ ਤੁਹਾਡੀ? ਮੈਂ +2 ਕੀਤੀ ਹੈ 2020 ਦੇ ਵਿੱਚ ਆਰਟਸ ਦੇ ਵਿੱਚ। ਠੀਕ ਹੈ, ਕਿੰਨੀ ਪਰਸੈਂਟੇਜ ਹੈ? ਮੈਮ 54। 54% ਆਸਟ੍ਰੇਲੀਆ ਲਈ ਅਪਲਾਈ ਕਰਨਾ ਚਾਹ ਰਹੇ ਨੇ, 5.5 ਓਵਰਆਲ ਬੈਂਡ। ਜੀ ਬਿਲਕੁਲ ਰਵੀ, ਤੁਸੀਂ ਇਸ ਪ੍ਰੋਫਾਈਲ ਦੇ ਉੱਤੇ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ। ਇਹਦੇ ਵਿੱਚ ਤੁਹਾਨੂੰ ਲੈਵਲ 1 ਤਾਂ ਨਹੀਂ, ਤੁਹਾਨੂੰ ਇਹਦੇ ਵਿੱਚ ਅਸੀਂ ਵੈਟ ਕਾਲਜਸ ਪ੍ਰੋਵਾਈਡ ਕਰਾ ਸਕਦੇ ਹਾਂ। ਇਹ ਨਹੀਂ ਹੈਗਾ ਕਿ ਹਮੇਸ਼ਾ ਲੈਵਲ 1 ਦੀ ਹੀ ਵੀਜ਼ਾ ਰੇਟ ਜ਼ਿਆਦਾ ਹੈ, ਵੈਟ ਦੀ ਨਹੀਂ ਹੈਗੀ, ਜਾਂ ਲੈਵਲ 2 ਦੀ ਨਹੀਂ ਹੈਗੀ। ਹੁਣ ਜਿਹੜੇ ਵੋਕੇਸ਼ਨਲ ਅਕੈਡਮਿਕ ਟ੍ਰੇਨਿੰਗ ਇੰਸਟੀਚਿਊਟਸ ਹੈਗੇ, ਡੈਫੀਨੇਟਲੀ ਉਹਨਾਂ ਦੀ ਵੀਜ਼ਾ ਰੇਸ਼ੋ ਹੈਗੀ ਹੈ, ਪਰ ਬਟ ਉਹ ਵੈਟ ਦੇ ਜਦੋਂ ਵੀ ਫਾਈਲ ਹਾਈ ਕਮਿਸ਼ਨ ਦੇ ਸਾਹਮਣੇ ਆਉਂਦੀ ਹੈ, ਉਹਨਾਂ ਦਾ ਇਹੀ ਨੋਟਿਸ ਹੁੰਦਾ ਹੈ ਕਿ ਨੋ ਡਾਊਟ ਕਿ ਯਾਰ ਬੱਚੇ ਦੀ ਇੰਗਲਿਸ਼ ਪ੍ਰੋਫੀਸ਼ੀਐਂਸੀ ਤਾਂ ਘੱਟ ਹੈਗੀ ਹੈ, ਪਰ ਬਟ ਬੰਦਾ ਜੋ ਅਪਲਾਈ ਕਰ ਰਿਹਾ ਜਾਂ ਕਹਿ ਲਓ ਕਿ ਐਜ਼ ਦਾ ਪ੍ਰਾਇਮਰੀ ਐਪਲੀਕੈਂਟ ਉਹਦੇ ਸਕਿੱਲਸ ਕਿੰਨੇ ਕੁ ਤੇਜ਼ ਆ। ਹੁਣ ਇੱਕ ਤਾਂ ਕਿਆ ਹੁੰਦਾ ਕਿ ਯਾਰ ਬੱਚੇ ਦੇ ਇੱਕ ਤਾਂ ਅੱਗੇ ਨਹੀਂ ਖੁਦ ਬੈਂਡ ਸਕੋਰ ਆਏ ਹੁੰਦੇ, ਔਰ ਏਜੰਟ ਵੀ ਕਹਿੰਦਾ ਚੱਲ ਯਾਰ ਬੈਂਡ ਤਾਂ ਹੈ ਨਹੀਂ, ਕੋਈ ਵੀ ਟੁੱਟਾ ਫੁੱਟਾ ਕੋਰਸ ਦੇ ਦਿਓ, ਇਰੈਲੀਵੈਂਟ ਕੋਰਸ ਦੇ ਦਿੰਦਾ, ਉਹਦਾ ਕਰਾਈ ਕੋਰਸ ਨਹੀਂ ਹੁੰਦਾ। ਸੋ ਬ੍ਰਦਰ, ਜੇ ਤੁਹਾਡੀ ਪ੍ਰੋਫਾਈਲ ਬੈਂਡ ਸਕੋਰ ਘੱਟ ਹੈਗੇ ਆ, ਮੇਕ ਸ਼ੋਰ ਕਿ ਤੁਹਾਡੀ ਐਡਮਿਸ਼ਨ ਇੰਨੀ ਕੁ ਸਟਰੋਂਗ ਹੋਵੇ ਕਿ ਕਿਉਂਕਿ ਜਿਹੜੀ ਤੁਹਾਡੀ ਐਡਮਿਸ਼ਨ ਹੀ ਹੈ ਉਹੀ ਤੁਹਾਡਾ ਇੱਕ SOP ਦਾ ਪਿਲਰ ਹੈ। ਜੇ ਮੇਜਰ ਆਪਾਂ ਕਨਸੈਪਟ ਦੀ ਗੱਲ ਕਰਦੇ ਹਾਂ ਕਿ ਯਾਰ ਆਪਾਂ ਸਾਰੇ ਲੋਕ ਕਹਿੰਦੇ ਯਾਰ SOP ਹੀ ਵੀਜ਼ਾ, ਉਹ ਯਾਰ ਪਤੰਦਰੋਂ ਆਪਾਂ ਇੱਕ ਚੀਜ਼ ਤਾਂ ਸਮਝੀਏ, SOP ਕਿਵੇਂ ਲਿਖੀ ਜਾਊਗੀ ਤੁਹਾਡੇ ਕੋਰਸ ਦੇ ਉੱਤੇ, ਤੁਹਾਡੇ ਆਫਰ ਲੈਟਰ ਦੇ ਉੱਤੇ। ਜੇ ਆਪਾਂ ਹੁਣ SOP ਲਿਖਣੀ ਹੈ, ਅੱਛੀ ਲਿਖਣਾ ਚਾਹੁੰਦੇ ਆ, ਤੇ ਮੇਕ ਸ਼ੋਰ ਇੱਕ ਤਾਂ ਤੁਹਾਡਾ ਕੋਰਸ ਤੁਹਾਡੇ ਨਾਲ ਰੈਲੀਵੈਂਸ ਹੋਵੇ, ਦੂਸਰਾ ਜਿੰਨੇ ਉਹਦੇ ਫੰਡਸ ਚਾਹੀਦੇ ਆ, ਫੰਡਸ ਪ੍ਰੋਪਰਲੀ ਜਸਟੀਫਾਈਬਲ ਹੋਵੇ, ਔਰ ਐਗਜ਼ੈਕਟ ਜੋ ਉਹ ਵੀਜ਼ਾ ਆਫੀਸਰ ਚਾਹੁੰਦਾ ਹੈ ਕਿ ਇਹ ਨਹੀਂ ਕਿ ਯਾਰ SOP ਸਾਡੀ ਉਹਨੇ 2 ਪੇਜ ਦੀ ਲਿਖੀ ਸੀ ਤੇ ਉਹਨਾਂ ਨੇ 8 ਪੇਜ ਦੀ ਲਿਖੀ ਸੀ, ਤੁਸੀਂ ਵੀ ਸਾਡੀ 8 ਦੀ ਲਿਖੋ। ਇਹ ਨਹੀਂ ਹੈਗਾ ਕਿ ਜੇ ਯਾਰ SOP ਤੁਸੀਂ ਦੇਖੋ ਕਿ ਜੋ ਮੇਜਰ ਟਰਮਸ ਹੈ, ਜੋ ਕੀ ਪੁਆਇੰਟਸ ਹੈਗੇ ਆ, ਜੋ ਫੈਕਟਸ ਹੈਗੇ ਆ, ਕਿ ਤੁਹਾਡੇ ਏਜੰਟ ਨੇ ਐਜ਼ ਪਰ ਯੂਅਰ ਫੈਮਿਲੀ ਬੈਕਗਰਾਉਂਡ, ਐਜ਼ ਪਰ ਯੂਅਰ ਕੋਰਸ, ਐਜ਼ ਪਰ ਯੂਅਰ ਫਾਈਨੈਂਸ਼ੀਅਲ ਏਡ, ਕਿ ਉਹ ਪੂਰੇ ਕੀਤੇ ਆ। ਜੇ ਇਸ ਚੀਜ਼ ਦਾ ਪੂਰਾ ਨਿਚੋੜ ਹੈਗਾ, ਇਹਦੇ ਨਾਲ ਤੁਸੀਂ ਐਡਮਿਸ਼ਨ ਗੈਟ ਕਰ ਸਕਦੇ ਹੋ, ਔਰ ਵੀਜ਼ਾ ਚਾਂਸਿਸ ਵੀ ਆਪਣੀ ਜਿਹੜੀ ਫਾਈਲ ਦੀ ਕਨਵਰਸ਼ਨ ਰੇਸ਼ੋ ਉਸ ਨੂੰ ਵਧਾ ਸਕਦੇ ਆ। ਹੁਣ ਜਿਵੇਂ ਰਵੀ ਦੀ ਗੱਲ ਹੈਗੀ, ਰਵੀ ਇਸ ਪ੍ਰੋਫਾਈਲ ਦੇ ਨਾਲ ਤੁਸੀਂ ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਤੁਹਾਨੂੰ ਮੈਂ ਜ਼ਿਆਦਾ ਆਪਸ਼ਨਸ ਤਾਂ ਨਹੀਂ ਦਿੰਦਾ, ਇਸ ਟਾਈਮ ਤੁਹਾਨੂੰ ਆਪਸ਼ਨਸ ਵਿਕਟੋਰੀਆ ਸਾਈਡ, ਤਸਮਾਨੀਆ ਸਾਈਡ ਜਾਂ ਨਿਊ ਸਾਊਥ ਵੇਲ ਸਾਈਡ, ਮਤਲਬ ਸਿਡਨੀ ਏਰੀਆ ਵਿੱਚ ਤੁਸੀਂ ਲੈ ਸਕਦੇ ਹੋ, ਬਿਕੋਜ਼ ਇਸ ਇਹਨਾਂ ਪ੍ਰੋਵਿੰਸਿਸ ਦੇ ਜੋ ਰੀਜਨਲ ਏਰੀਆਜ਼ ਹੈਗੇ ਆ ਨਾ, ਤੇ ਇਹਨਾਂ ਪ੍ਰੋਫਾਈਲਾਂ ਦੇ ਉੱਤੇ ਵੀਜ਼ਾ ਰੇਸ਼ੋ ਅੱਛੀ ਹੈ। ਜੀ 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 ਬਿਲਕੁਲ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਮੈਮ, ਮੇਰਾ ਨਾਮ ਮਨਪ੍ਰੀਤ ਕੌਰ ਹੈ ਜੀ। ਹਾਂਜੀ, ਕੀ ਸਵਾਲ ਹੈ? ਮੈਮ ਮੇਰਾ ਸਵਾਲ ਇਹ ਹੈ ਕਿ ਮੈਂ ਆਸਟ੍ਰੇਲੀਆ ਦੇ ਲਈ ਅਪਲਾਈ ਕਰਨਾ ਚਾਹੁੰਦੀ ਹਾਂ ਕਿ ਮੈਮ ਮੈਂ ਗ੍ਰੈਜੂਏਸ਼ਨ ਕੀਤੀ ਹੈ ਓਵਰਆਲ 6 ਤੇ ਇੱਕ ਦੇ ਵਿੱਚ 5.5 ਹੈ, ਕਿ ਮੇਰਾ ਸਪਾਊਸ ਕੇਸ ਹੋ ਸਕਦਾ ਹੈ? ਕਿਹੜੇ ਈਅਰ ਵਿੱਚ ਕੀਤੀ ਹੈ ਗ੍ਰੈਜੂਏਸ਼ਨ ਤੁਸੀਂ? ਮੈਮ 2020 ਦੇ ਵਿੱਚ ਪਾਸ ਆਊਟ ਆ। ਓਕੇ, ਮਨਪ੍ਰੀਤ, ਤੁਹਾਡੇ ਸਪਾਊਸ ਦੀ ਕੀ ਕੁਆਲੀਫਿਕੇਸ਼ਨ ਹੈ? ਸਰ BSc ਐਗਰੀਕਲਚਰ। ਓਕੇ, ਗ੍ਰੇਟ। ਜੀ ਬਿਲਕੁਲ, ਪਹਿਲੇ ਤਾਂ ਮੈਂ ਇਸ ਚੀਜ਼ ਦਾ ਸਭ ਨੂੰ ਨੋਟੀਫਿਕੇਸ਼ਨ ਇੱਕ ਦੇਣਾ ਚਾਹੁੰਦਾ ਕਿ ਨੰਬਰ ਆਫ ਕੇਸਿਸ ਦੇ ਵਿੱਚ ਬੱਚੇ ਆਉਂਦੇ ਯਾਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਆਸਟ੍ਰੇਲੀਆ ਦੇ ਲਈ ਸਪਾਊਸ ਦੀ ਐਗਜ਼ੈਕਟ ਐਲੀਜੀਬਿਲਟੀ ਕੀ ਹੈ। ਮੇਕ ਸ਼ੋਰ ਜੇ ਤੁਸੀਂ ਆਸਟ੍ਰੇਲੀਆ ਵਿਦ ਸਪਾਊਸ ਜਾਣਾ ਚਾਹੁੰਦੇ ਹੋ ਤੇ ਇੱਕ ਚੀਜ਼ ਆਪਾਂ ਦਿਮਾਗ 'ਚ ਬਿਠਾ ਲਈਏ ਕਿ ਬੋਥ ਸ਼ੁੱਡ ਬੀ ਅ ਗ੍ਰੈਜੂਏਟ, ਮਤਲਬ ਸਪਾਊਸ ਜੋ ਨਾਲ ਜਾ ਰਿਹਾ ਜਾਂ ਜੋ ਪ੍ਰਾਇਮਰੀ ਐਪਲੀਕੈਂਟ ਹੈਗਾ, ਦੋਨੋਂ ਗ੍ਰੈਜੂਏਟ ਹੋਣਾ ਜ਼ਰੂਰੀ ਹੈ। ਨੰਬਰ ਆਫ ਕੇਸਿਸ ਤਾਂ ਕਲਾਇੰਟ ਆਉਂਦੇ ਯਾਰ ਉਹਨੇ +2 ਹੈ, ਡਿਪਲੋਮਾ ਹੈ ਜਾਂ 8ਵੀਂ ਫੇਲ ਹੈਗਾ, ਚਲੋ ਜੀ ਏਜੰਟ ਨੇ ਸਪਾਊਸ ਗਾਈਡ ਕਰ ਦਿੱਤਾ। ਸੋ ਇਸ ਚੀਜ਼ ਨੂੰ ਸਮਝੀਏ, ਆਸਟ੍ਰੇਲੀਆ ਨੇ ਵੱਡਾ ਆਪਣੀ ਵੈਬਸਾਈਟ ਦੇ ਉੱਤੇ ਪਾਇਆ ਹੋਇਆ ਹੈ, ਜੇ ਤੁਸੀਂ ਦੋਨੋਂ ਗ੍ਰੈਜੂਏਟ ਹੋ ਦੈਨ ਤੁਸੀਂ ਇਸ ਪ੍ਰੋਸੈਸ ਦੇ ਲਈ ਐਲੀਜੀਬਲ ਹੋ। ਹੁਣ ਮਨਪ੍ਰੀਤ, ਰਹੀ ਗੱਲ ਤੁਹਾਡੀ ਜਿਵੇਂ 2020 BSc ਐਗਰੀਕਲਚਰ, ਹੁਣ ਇਹਦੇ ਵਿੱਚ ਕੰਸਰਨ ਕੀ ਹੈਗਾ, ਤੁਹਾਡੇ 1 ਚੋਂ 5.5 ਹੈ, ਇਹ ਵਰੀ ਵਾਲੀ ਗੱਲ ਨਹੀਂ ਹੈਗੀ। ਤੁਹਾਡੇ 1 ਚੋਂ 5.5 ਆਫਟਰ ਗ੍ਰੈਜੂਏਸ਼ਨ ਤੁਸੀਂ PG ਕੋਰਸ ਲਈ ਵੀਜ਼ਾ ਲੈ ਸਕਦੇ ਹੋ, ਨਹੀਂ ਲੈ ਸਕਦੇ। ਹੇਅਰਸ ਅ ਨੰਬਰ ਆਫ ਯੂਨੀਵਰਸਿਟੀਜ਼ ਜਿਵੇਂ ਫੈਡਰੇਸ਼ਨ ਹੈ, ਡੈਕਨ ਹੈ, ਲੈਡਰੋਬ ਹੈ, ਜੋ ਓਵਰਆਲ 1 ਚੋਂ 5.5 ਦੇ ਵਿੱਚ ਤੁਹਾਨੂੰ ਐਡਮਿਸ਼ਨ ਦਿੰਦੀ ਹੈ। ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਜਿਹੜੀ ਬੈਂਡ ਸਕੋਰ ਦੀ ਰਿਕੁਆਇਰਮੈਂਟ ਹੈ, ਕੋਈ ਅੰਬੈਸੀ ਦੀ ਨਹੀਂ ਹੈ, ਉਹ ਰਿਕੁਆਇਰਮੈਂਟ ਹੈ ਤੁਹਾਡੇ ਕੋਰਸ ਦੀ। ਮੀਨਸ ਜੋ ਤੁਹਾਡੀ ਇੰਗਲਿਸ਼ ਪ੍ਰੋਫੀਸ਼ੀਐਂਸੀ ਹੈ, ਉਸ ਕ੍ਰੈਡਿਟ ਦੀ ਐਲੀਜੀਬਿਲਟੀ ਦੇ ਮੁਤਾਬਿਕ ਤੁਹਾਨੂੰ ਕਿਹੜਾ ਕੋਰਸ ਜ਼ਿਆਦਾ ਸੂਟੇਬਲ ਹੈ, ਕਿ ਮੀਨਸ ਜੋ ਤੁਹਾਡੇ ਕੋਰਸ ਦੇ ਆਊਟਲਾਈਨਸ ਹੈ ਕਿੰਨੇ ਕੁ ਮੈਚ ਕਰਦੇ ਆ। ਹੁਣ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਵਿਦ ਸਪਾਊਸ ਜਾਣਾ ਚਾਹੁੰਦੇ ਆ, ਤੇ ਮੇਕ ਸ਼ੋਰ ਜਿਹੜਾ ਸੀ ਜੋ ਵੀ ਇਹਦੀ ਐਡਮਿਸ਼ਨ ਪਾਊਗਾ ਉਹਦਾ ਫਸਟ ਮੋਟੋ ਇਹੀ ਹੋਣਾ ਚਾਹੀਦਾ ਹੈ ਕਿ ਜਿਹੜਾ ਇਹਦਾ ਲੈਵਲ ਆਫ ਦਾ ਸਟੱਡੀ ਹੋਵੇ, ਕਿ ਮੀਨਸ ਜਿਹੜਾ ਅਸੀਂ ਇਨ ਫਿਊਚਰ ਇਹਦਾ ਇਨਟੇਕ ਦਾ ਕੋਰਸ ਚੂਜ਼ ਕਰਾਂਗੇ ਉਹਦੀ ਸਟੱਡੀ ਮੈਕਸਿਮਮ ਹੋਵੇ, ਕੋਰਸ ਦੀ ਆਊਟਲਾਈਨ ਮੈਚ ਕਰਦੀ ਹੋਵੇ, GT ਪ੍ਰੋਸੈਸ ਦੇ ਲਈ ਸਫੀਸ਼ੀਐਂਟ ਫੰਡਿੰਗ ਹੋਣ, ਪ੍ਰੋਪਰਲੀ ਜਸਟੀਫਿਕੇਸ਼ਨ ਹੋਵੇ। ਔਰ ਸਭ ਤੋਂ ਜਦੋਂ GT ਦੀ ਗੱਲ ਕਰਦੇ ਆ, ਮੇਨ ਕਿ ਤੁਹਾਡੀ ਫਰੋਮ ਵੇ ਯੂ ਗੈਟ ਦਾ ਮਨੀ, ਕਿ ਤੁਹਾਡੇ ਕੀ ਦਾ ਓਰੀਜਨ ਕੀ ਹੈ। ਜੇ ਤੁਹਾਡੇ ਕੋਲ ਉਸ ਚੀਜ਼ ਦੀ ਜਵਾਬਦੇਹੀ ਹੈਗੀ ਹੈ ਤੇ ਆਰਾਮ ਦੇ ਨਾਲ ਆਪਾਂ ਵੀਜ਼ਾ ਲੈ ਸਕਦੇ ਹਾਂ। ਜੀ 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 ਬਿਲਕੁਲ। ਮੈਨੂੰ
ਲੱਗਦਾ ਹੈ ਇਹੀ ਬਾਰ-ਬਾਰ ਪੁਆਇੰਟ ਆ ਜਾਂਦੇ ਨੇ ਜਿਸ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ, ਜੋ ਤੁਹਾਡੀ ਪ੍ਰੋਫਾਈਲ ਨੂੰ ਸਟਰੋਂਗ ਵੀ ਬਣਾ ਦਿੰਦਾ ਹੈ ਤੇ ਕੀਤੀ ਗਈ ਗਲਤੀ ਤੁਹਾਡੀ ਪ੍ਰੋਫਾਈਲ ਨੂੰ ਠੀਕ ਕਰ ਬਿਲਕੁਲ। ਦਿੰਦੇ ਆ। ਔਰ ਇਹਨਾਂ ਚੀਜ਼ਾਂ ਨੂੰ ਹੀ ਬਾਰ-ਬਾਰ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਹਿੰਦੇ ਤਾਂ ਕਿ ਤੁਸੀਂ ਖੁਦ ਅਵੇਅਰ ਹੋਵੋ, ਕਿਸੇ ਵੀ ਕੰਸਲਟੈਂਟ ਕੋਲ ਜਾਣੇ ਹੋ ਤਾਂ ਤੁਸੀਂ ਖੁਦ ਸਵਾਲ ਕਰ ਸਕੋ, ਤੁਹਾਨੂੰ ਪਤਾ ਹੋਵੇ ਕਿ ਤੁਹਾਡੀ ਪ੍ਰੋਫਾਈਲ ਦੇ ਕਿਹੜੀ-ਕਿਹੜੀ ਥਾਂ ਤੇ ਕੰਮ ਕਰਨਾ ਜ਼ਰੂਰੀ ਹੈ, ਜਾਂ ਫਿਰ ਚਾਹੇ ਫੰਡਸ ਨੂੰ ਲੈ ਕੇ, ਚਾਹੇ ਕੋਰਸ ਨੂੰ ਲੈ ਕੇ, ਚਾਹੇ ਐਸਓਪੀ ਨੂੰ ਲੈ ਕੇ ਗੱਲ ਹੋਵੇ ਤਾਂ ਤੁਹਾਨੂੰ ਪਤਾ ਹੋਵੇ ਕਿ ਰੈਲੇਵੈਂਸੀ ਹੈ ਕਿ ਨਹੀਂ ਹੈ, ਜੈਨੂਇਨ ਵੇ ਦੇ ਨਾਲ ਸਭ ਕੁਝ ਚੱਲ ਰਿਹਾ ਕਿ ਨਹੀਂ, ਜਾਂ ਫਿਰ ਸਹੀ ਸੋਰਸ ਸ਼ੋ ਕੀਤਾ ਜਾ ਰਿਹਾ ਕਿ ਨਹੀਂ। ਇਹੀ ਦਿੱਕਤ ਹੁੰਦੀ ਹੈ ਕਿਉਂਕਿ ਸਟੂਡੈਂਟਸ ਨੂੰ ਕਈ ਵਾਰੀ ਪਤਾ ਹੀ ਨਹੀਂ, ਰਿਫਿਊਜ਼ਲ ਆਉਂਦੀ ਹੈ, ਸਟੂਡੈਂਟਸ ਨੂੰ ਪਤਾ ਹੀ ਨਹੀਂ ਹੁੰਦਾ ਬਿਲकुल ਕਿਸ ਵਜ੍ਹਾ ਕਰਕੇ ਮੈਂ ਕਹਿ ਰਿਹਾ ਜੀ 90% ਕੇਸਿਸ ਜਿਵੇਂ ਹੁੰਦਾ ਹੈ ਜਦੋਂ ਅਸੀਂ ਕਿਸੇ ਵੀ ਰਿਫਿਊਜ਼ ਬੰਦੇ ਨੂੰ ਮਿਲਦੇ ਆ ਤੇ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਯਾਰ ਮੇਰੇ ਏਜੰਟ ਨੇ ਕੀ ਕੀਤਾ ਸੀ। ਔਰ ਜ਼ਿਆਦਾਤਰ ਜੇ ਆਪਾਂ ਨੂੰ ਕਹਿੰਦੇ ਆਪਣੇ ਏਜੰਟ ਤੋਂ ਪੁੱਛੋ, ਨਹੀਂ ਜੀ ਉਹ ਤਾਂ ਸਾਨੂੰ ਜੀਸੀਕੀ ਨਹੀਂ ਦੇ ਰਿਹਾ, ਨਹੀਂ ਜੀ ਉਹ ਤਾਂ ਸਾਨੂੰ ਐਪਲੀਕੇਸ਼ਨ ਫਾਰਮ ਹੀ ਨਹੀਂ ਦੇ ਰਿਹਾ। ਕਹਿੰਦੇ ਨਾ ਚੋਰ ਦੀ ਦਾੜੀ 'ਚ ਤਿਨਕਾ, ਉਹ ਕੰਸਰਨ ਕਿੱਥੇ ਆ, ਉਹਨੂੰ ਪਤਾ ਕੀ ਆ, ਜਿਹਨੂੰ ਆਪਾਂ ਜੀਸੀਕੀ ਦੇਤੀ ਮੇਰੀ ਕਿਤੇ ਨਾ ਕਿਤੇ ਕਮੀ ਫੜੀ ਜਾਣੀ ਆ। ਹੁਣ ਕੰਸਰਨ ਕੀ ਹੈ, ਦੇਖੋ ਕੋਈ ਇਮੀਗ੍ਰੇਸ਼ਨ ਦਾ ਪ੍ਰੋਸੈਸ ਕੋਈ ਏਡਾ ਵਾਈਡ ਨਹੀਂ ਹੈ, ਏਡਾ ਲੰਬਾ ਚੌੜਾ ਨਹੀਂ ਹੈ। ਐਕਚੁਅਲੀ ਕੰਸਰਨ ਕਿੱਥੇ ਆ, ਜਿਹੜੇ 3-4 ਟਿਪਸ ਹੈਗੀਆਂ, ਤੁਹਾਡੇ ਐਪਲੀਕੇਸ਼ਨ ਫਾਰਮ, ਤੁਹਾਡੀ ਫੈਮਿਲੀ ਡਿਟੇਲਸ, ਤੁਹਾਡੀ ਐਸਓਪੀ, ਜੋ ਇਸ ਪੁਆਇੰਟ ਦੇ ਉੱਤੇ ਜੇ ਤੁਸੀਂ ਬਰੀਫਲੀ ਫੋਕਸ ਕਰਕੇ, ਜੇ ਦੇਖੋ ਏਜੰਟ ਦਾ ਇਹ ਟਾਰਗੇਟ ਨਹੀਂ ਚਾਹੀਦਾ ਕਿ ਉਹਨੇ ਇੱਕ ਦਿਨ ਦੇ ਵਿੱਚ 10 ਫਾਈਲਾਂ ਲਾਣੀਆਂ। ਮੈਂ ਕਹਿੰਦਾ ਏਜੰਟ ਇੱਕ ਦਿਨ ਦੇ ਵਿੱਚ ਇੱਕ ਹੀ ਫਾਈਲ ਲਗਾਏ ਪਰ ਆਊਟਪੁੱਟ ਤਾਂ ਦੇਵੇ ਬੰਦੇ ਨੂੰ। ਹੁਣ ਕੰਸਰਨ ਕਿੱਥੇ ਆ, ਅਸੀਂ ਪ੍ਰੋਬਲਮ ਕਿੱਦਾਂ ਪਤਾ ਕਿੱਦਾਂ ਖਾਉਂਦੇ ਆ। ਹੁਣ ਜੇ ਕੋਈ ਬੱਚਾ ਆ ਗਿਆ, ਉਹਨੂੰ ਪਤਾ ਨਹੀਂ, ਹਾਂਜੀ ਜੀ ਮੈਂ 18 ਚ ਰਿਫਿਊਜ਼ ਸੀ, ਫਿਰ ਮੈਂ 20 ਚ ਰਿਫਿਊਜ਼ ਹੋ ਗਿਆ, ਉਸ ਏਜੰਟ ਨੇ ਮੇਰਾ ਡਿਪਲੋਮਾ ਸ਼ੋ ਕੀਤਾ ਸੀ, ਉਹਨੇ ਮੇਰਾ ਡਿਪਲੋਮਾ ਸ਼ੋ ਵਰਕ ਐਕਸਪੀਰੀਅੰਸ ਸ਼ੋ ਕਰ ਦਿੱਤਾ। ਸੋ ਇਹਨਾਂ ਹਾਲਾਤਾਂ ਤੋਂ ਉਹ ਉੱਠਣਾ ਪੈਣਾ ਆਪਾਂ ਨੂੰ। ਮੇਰੇ ਕਹਿਣ ਦਾ ਮਕਸਦ ਸਾਨੂੰ ਕੁਝ ਥੋੜਾ ਬਹੁਤਾ ਖੁਦ ਅਵੇਅਰ ਹੋਣੇ ਪੈਣਾ ਕਿ ਬਾਈ ਜੀ ਜੇ ਕਿਸੇ ਕੋ ਜਾਂਦੇ ਹੋ ਪ੍ਰੋਪਰ ਉਹਦੀ ਸਲਾਹ ਲਵੋ, ਸਲਾਹ ਲੈਣ ਤੋਂ ਬਾਅਦ ਪ੍ਰੋਪਰ ਉਸ ਚੀਜ਼ ਨੂੰ ਨੋਟਿਸ ਕਰੋ, ਬਿਕੋਜ਼ ਯੂ ਆਰ ਏ ਪੇਇੰਗ ਫॉर ਇਟ। ਤੁਸੀਂ ਫ੍ਰੀ ਕੰਮ ਨਹੀਂ ਕਰਵਾ ਰਹੇ, ਤੁਹਾਡਾ ਰਾਈਟ ਬਣਦਾ ਕਿ ਤੁਹਾਡੀ ਫਾਈਲ ਦੇ ਵਿੱਚ ਕੀ ਲਾ ਰਹੇ ਆ। ਦੇਖੋ ਐਟ ਦਾ ਐਂਡ ਕੱਲ ਨੂੰ ਇਹ ਨਹੀਂ ਹੈਗਾ ਕਿ ਸਿਰਫ ਤੁਹਾਡਾ ਨੁਕਸਾਨ ਹੋ ਰਿਹਾ, ਉਸ ਏਜੰਟ ਦਾ ਵੀ ਨਾਮ ਖਰਾਬ ਹੋ ਰਿਹਾ। ਸੋ ਡੈਫੀਨੇਟਲੀ ਜਦੋਂ ਵੀ ਅਸੀਂ ਪ੍ਰੋਪਰ ਫਾਈਲ ਲਾਂਚ ਕਰਦੇ ਹਾਂ ਉਹਦਾ ਕ੍ਰਾਈਟੇਰੀਆ ਇਹ ਹੈਗਾ ਕਿ ਤੁਸੀਂ ਐਪਲੀਕੇਸ਼ਨ ਫਾਰਮਸ ਦੇਖੋ ਕਿ ਵਾਕਈ ਜੋ ਸੂਟੇਬਿਲਟੀ ਹੈ। ਹੁਣ ਮੇਰੇ ਕੋਲ ਇੱਕ ਕਾਇਦਾ ਸੀ ਰੀਸੈਂਟਲੀ 2 ਦਿਨ ਪਹਿਲੇ ਦੀ ਗੱਲ ਹੈਗੀ ਹੈ, ਇੱਕ ਬੱਚਾ ਆਇਆ ਹੋਇਆ, ਉਹਦੇ ਫਾਰਮਰ ਹੀ ਇਜ਼ ਵਰਕਿੰਗ ਇਨ ਇੰਡੀਅਨ ਆਰਮੀ, ਬਟ ਉਸ ਕਲਰ ਕਹਿ ਲਓ ਕਿ ਜਿਸ ਏਜੰਟ ਨੇ, ਚਲੋ ਨਾਮ ਨਹੀਂ ਲੈਣਾ ਚਾਹੂੰਗਾ ਇਸ ਪਲੇਟਫਾਰਮ ਦੇ ਉੱਤੇ, ਉਸ ਬੰਦੇ ਨੇ ਉਹਨਾਂ ਦਾ ਕਹਿ ਲਓ ਕਿ ਕਾਰਪੈਂਟਰ ਦਾ ਬਿਜ਼ਨਸ ਸ਼ੋ ਕੀਤਾ ਹੋਇਆ। ਉਹ ਕਿੱਥੇ ਬੰਦਾ ਯਾਰ ਇੱਕ ਇੰਡੀਅਨ ਆਰਮੀ 'ਚ ਹੈ, ਜੋ ਕਹਿ ਲਓ ਕਿ ਉਹਦੀ ਦੀ ਫਾਰਮ ਨੰਬਰ 16 ਹੈ, ਇੱਕ ਕਹਿ ਲਓ ਕਿ ਵਾਈਟ ਮਨੀ ਹੈ, ਇੱਕ ਸੈਂਟਰ ਦਾ ਮਹਿਕਮਾ ਹੈ, ਪਰ ਬਟ ਉਹਨੂੰ ਕਾਰਪੈਂਟਰ ਸ਼ੋ ਕੀਤਾ ਕਿ ਨਹੀਂ ਜੀ ਆਪਾਂ ਆਰਮੀ ਵਾਲੇ ਬੰਦੇ। ਦੇਖੋ ਕਿਹਾ ਹੀ ਬੇਸ ਦਾ ਸਕਿੱਲਸ ਹੈਗੇ ਏਜੰਟ ਦੇ ਕਿ ਯਾਰ ਕਿ ਦੇਖੋ ਉਹਨੂੰ ਕਹਿ ਦਿੱਤਾ ਕਿ ਨਹੀਂ ਜੀ ਤੂੰ ਛੱਡ ਦੇ, ਆਰਮੀ ਨਹੀਂ ਸ਼ੋ ਕਰਨੀ ਆਪਾਂ, ਅਸੀਂ ਉਹਦਾ ਕਾਰਪੈਂਟਰ ਦਾ ਸ਼ੋ ਕਰਦੇ ਹਾਂ। ਯਾਰ ਤੁਸੀਂ ਆਪ ਸੋਚੋ, ਜੋ ਬੰਦਾ ਇੱਕ ਡਿਫੈਂਸ ਲਈ ਵਰਕ ਕਰ ਰਿਹਾ ਹੈ, ਵਾਈਟ ਮਨੀ ਹੈ, ਠੀਕ ਹੈ, ਉਹਦੀ ਪੈਨਸ਼ਨ ਵੀ ਹੈਗੀ ਇਨ ਫਿਊਚਰ, ਬਿਕੋਜ਼ ਹਾਈ ਕਮਿਸ਼ਨ ਪ੍ਰੋਪਰ ਦੇਖਦੀ ਹੈ ਕਿ ਮੀਨਵਾਈਲ ਜੇ ਕੱਲ ਨੂੰ ਬੰਦਾ ਬਾਹਰ ਜਾ ਰਿਹਾ ਹੈ ਇਹਦਾ ਫੈਮਿਲੀ ਬੈਕਗ੍ਰਾਉਂਡ ਕਿਵੇਂ ਦਾ, ਤੇ ਉਹਨੇ ਕਹਿ ਤਾ ਉਹਨੂੰ ਛੱਡ ਗਿਆ ਉਹ ਜਿਹੇ ਅੱਗੇ ਬੱਚੇ ਕਿ ਹਾਂ ਚਲੋ ਠੀਕ ਹੈ ਜੀ। ਜੋ ਦੇਖੋ ਐਟ ਦ ਐਂਡ ਬੱਚੇ ਵੀ ਮੈਂ ਕਹਿੰਦਾ ਕਿਤੇ ਨਾ ਕਿਤੇ ਜਗ੍ਹਾ ਸਹੀ ਹੈ, ਉਹ ਏਜੰਟ ਨੂੰ ਆਪਣਾ ਰੱਬ ਮੰਨ ਬੈਠਦੇ ਆ ਕਿ ਯਾਰ ਇਹਨਾਂ ਨੂੰ ਜ਼ਿਆਦਾ ਐਕਸਪੀਰੀਅੰਸ ਹੈ। ਬਿਲਕੁਲ ਮੈਂ ਗੱਲ ਨਹੀਂ ਸਮਝੇ ਤੁਸੀਂ। ਹੁਣ ਕੋਈ ਵੀ ਆਉਂਦਾ, ਦੇਖੋ ਮੈਂ ਤਾਂ ਇੱਕ ਚੀਜ਼ ਮੰਨਦਾ, ਜੋ ਵੀ ਬੰਦਾ ਆਪਣੇ ਘਰ ਤੋਂ ਚੱਲ ਕੇ ਸਾਡੇ ਤੱਕ ਪਹੁੰਚ ਰਿਹਾ ਕਿਤੇ ਨਾ ਕਿਤੇ ਉਹਨੂੰ ਸਾਡੇ ਤੇ ਆਸ ਹੈ। ਦੇਖੋ ਜੇ ਉਹਨੂੰ ਸਮਝ ਹੁੰਦੀ ਤਾਂ ਆਈ ਥਿੰਕ ਮੇਰੇ ਕੋਲ ਚੱਲ ਕੇ ਨਾ ਆਉਂਦਾ, ਉਹ 250 ਕਿਲੋਮੀਟਰ ਚੱਲ ਕੇ ਅੰਮ੍ਰਿਤਸਰ ਤੋਂ, ਗੁਰਦਾਸਪੁਰ ਤੋਂ, ਫਿਰੋਜ਼ਪੁਰ ਤੋਂ ਮੇਰੇ ਕੋਲ ਨਾ ਆਉਂਦਾ। ਜੋ ਆ ਰਿਹਾ ਉਹਨੂੰ ਪਤਾ ਯਾਰ ਇਹਨਾਂ ਦਾ ਡੇਲੀ ਦਾ ਕੰਮ ਹੈ। ਕਿਉਂ ਜ਼ਿਆਦਾਤਰ ਦੇਖੋ ਐਟ ਦ ਐਂਡ ਮੈਂ ਹੀ ਕਿਸੇ ਨੂੰ ਕੰਸਲਟ ਕਰਨ ਜਾਊਂਗਾ, ਕੱਲਾ ਇਮੀਗ੍ਰੇਸ਼ਨ ਸੈਕਟਰ ਦੀ ਗੱਲ ਨਹੀਂ ਕਰ ਰਿਹਾ, ਕਿਸੇ ਮੈਡੀਕਲ ਪ੍ਰੋਫੈਸ਼ਨ ਦੀ, ਕਿਸੇ ਵਕੀਲ ਕੋ, ਕਿਸੇ ਵੀ ਸੈਕਟਰ 'ਚ ਮੈਂ ਆਪਾਂ ਕਿਉਂ ਜਾਂਦੇ ਕੰਸਲਟ ਕਰਨ, ਬਿਕੋਜ਼ ਇਹਨਾਂ ਨੂੰ ਸਾਡੇ ਤੋਂ ਜ਼ਿਆਦਾ ਨੌਲੇਜ ਹੈ। ਹੁਣ ਐਟ ਦ ਐਂਡ ਚਲੋ ਦੇਖੋ ਵੀਜ਼ਾ ਦੇਣਾ ਸਾਡੇ ਹੱਥ 'ਚ ਨਹੀਂ ਹੈ, ਪਰ ਇੱਕ ਕੁਆਲਿਟੀ ਆਫ ਸਰਵਿਸ ਤਾਂ ਸਾਡੇ ਹੱਥ 'ਚ ਹੈ ਨਾ। ਸੋ ਕੁਆਲਿਟੀ ਆਫ ਸਰਵਿਸ ਅਸੀਂ ਵਧੀਆ ਦੇਵਾਂਗੇ, ਡੈਫੀਨੇਟਲੀ ਇੱਕ ਆਊਟਪੁੱਟ ਰੇਸ਼ੋ ਵੀ ਇੰਪਰੂਵ ਹੋਏਗੀ। ਬਿਲਕੁਲ ਅਗਲੇ ਕਾਲਰ ਸਾਡੇ ਲਾਈਨ ਤੇ ਨੇ। ਹੈਲੋ ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਡਮ ਨੀਟੂ ਗੱਲ ਕਰ ਰਿਹਾ ਜੀ, ਜਲੰਧਰ ਤੋਂ। ਹਾਂਜੀ, ਕੀ ਸਵਾਲ ਹੈ ਜੀ ਤੁਹਾਡਾ? ਮੈਂ ਆਪਣੀ ਬਿਟੀਆ ਬਾਰੇ ਪੁੱਛਣਾ ਚਾਹੁੰਦਾ ਜੀ। ਗੁੜੀਆ ਨੇ +2 ਕਰੀ ਹੈ 2019 ਚ। ਠੀਕ ਹੈ ਜੀ। ਹਾਂਜੀ, ਉਸ ਤੋਂ ਬਾਅਦ ਕੰਪਿਊਟਰ ਦਾ ਕੋਰਸ ਕਰਿਆ ਇਹਨੇ ਸਾਲ ਕ ਦਾ। ਓਕੇ, ਠੀਕ ਹੈ। ਤੇ ਉਹਦੇ ਓਵਰਆਲ 6 ਈਚ ਆਏ ਨੇ ਜੀ, ਤੇ ਇੱਕ ਚ 5 ਰਹਿ ਗਏ। ਅੱਛਾ ਜੀ, ਕਿੱਥੇ ਲਈ ਅਪਲਾਈ ਕਰਨਾ ਚਾਹੁੰਦੇ ਹੋ? ਇਹ ਕੈਨੇਡਾ ਭੇਜਣਾ ਚਾਹੁੰਦੇ ਆ ਜੀ। ਮੈਂ ਸਭ ਤੋਂ ਪੁੱਛਣਾ ਚਾਹੁੰਦਾ, ਹੋ ਜਾਊਗਾ ਜੀ? ਜੀ ਕੈਨੇਡਾ ਦਾ ਹੋ ਜਾਏਗਾ 6 ਦੇਖੋ ਨੀਟੂ ਜੀ, ਮੈਂ ਤੇ ਇੱਕੋ ਚਾਹੁੰਦਾ ਕਿ ਜਿਵੇਂ ਗੁੜੀਆ ਤੁਹਾਡੀ ਦੀ ਫਰੈਸ਼ ਪ੍ਰੋਫਾਈਲ ਹੈਗੀ, ਓਵਰਆਲ 6 ਹੈ, 1 ਚੋਂ 5 ਹੈ। ਮੈਂ ਕਹਿੰਦਾ ਕਿ ਤੁਸੀਂ ਆਪਣੀ ਗੁੜੀਆ ਦੀ ਇੱਕ ਵਾਰੀ ਆਈਲੈਟਸ ਰੀਟੇਕ ਕਰ ਲਓ। ਜੇ ਉਹ ਤਿੰਨਾਂ ਮੋਡਿਊਲ ਦੇ ਵਿੱਚੋਂ 6 ਲੈ ਸਕਦੇ ਆ, ਮੀਨਸ ਉਹ ਇੱਕ ਕਹਿ ਲਓ ਕਿ ਇੱਕ ਐਗਜ਼ਾਮ ਦੇ ਵਿੱਚ ਇੱਕ ਮੋਡਿਊਲ ਦੇ ਵਿੱਚ ਕਿਤੇ ਨਾ ਕਿਤੇ ਨਰਵਸ ਹੋ ਗਈ ਹੋਏਗੀ। ਸੋ ਦੈਟਸ ਵਾਈ ਤੁਸੀਂ ਇੱਕ ਵਾਰ ਦੱਸੋ ਆਸਟ੍ਰੇਲੀਆ ਕਰਾ ਦੇ। ਮੈਂ ਨਹੀਂ ਆਉਂਦਾ ਤਾਂ ਆਸਟ੍ਰੇਲੀਆ ਵੀ ਠੀਕ ਹੈ, 40 ਘੰਟੇ ਕੰਮ ਮਿਲ ਗਿਆ। ਦੇਖੋ ਨੀਟੂ ਜੀ, ਇਕੱਲਾ ਆਪਾਂ ਬੱਚੇ ਨੂੰ ਬਾਹਰ ਹੀ ਨਹੀਂ ਭੇਜਣਾ, ਉਹਦਾ ਫਿਊਚਰ ਵੀ ਦੇਖਣਾ। ਜੀ ਜੇ ਇਕੱਲਾ ਬਾਹਰ ਹੀ ਜਾਣਾ ਹੈ,
ਨਹੀਂ ਨੀਟੂ ਜੀ ਇਦਾਂ ਨਹੀਂ ਹੈਗਾ ਕਿ ਇਕੱਲਾ PR ਦੇ ਲਈ ਬਹੁਤ ਚੀਜ਼ਾਂ ਹੁੰਦੀਆਂ ਮੈਟਰ ਕਰਦੀਆਂ। ਸੋ ਇਵੇਂ ਜਿਵੇਂ ਨੀਟੂ ਜੀ ਹੁਣੀ ਕਹਿ ਰਹੇ ਇਦਾਂ ਹੇਅਰਸ ਅ ਨੰਬਰ ਆਫ ਪੇਰੈਂਟਸ ਜੋ ਬੱਚਿਆਂ ਦਾ ਜਸਟ ਉਹਦਾ ਮਾਈਂਡ ਸੈਟਅਪ ਹੀ ਹੈ ਕਿ ਬਾਹਰ ਹੀ ਭੇਜਣਾ। ਦੇਖੋ ਮੈਂ ਉਹ ਸਾਰੇ ਪੇਰੈਂਟਸ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ। ਦੇਖੋ ਹਮੇਸ਼ਾ ਜਦੋਂ ਸ਼ੋਅ ਹੁੰਦਾ ਮੈਂ ਇੱਕ ਚੀਜ਼ ਬਾਰ-ਬਾਰ ਰਿਪੀਟ ਕਰਦਾ ਕਿ ਬਾਈ ਯਾਰ ਸਾਡੇ ਕੋਲ ਦੋ ਤਰ੍ਹਾਂ ਦੇ ਬੱਚੇ ਆਉਂਦੇ ਆ, ਕਿਤੇ ਵੀ ਹੋ ਜੇ ਜਾਂ ਜਾਣਾ ਹੀ ਇੱਥੇ ਆ। ਮੈਨੂੰ ਤਾਂ ਕਹਿੰਦਾ ਜਿਹੜਾ ਕਹਿੰਦੇ ਨਾ ਜਾਣਾ ਹੀ ਇੱਥੇ ਆ, ਉਹਦੇ ਚ ਇੱਕ ਕਿਉਰਿਓਸਿਟੀ ਹੈ ਯਾਰ, ਉਹਦੀ ਇੱਕ ਡ੍ਰੀਮ ਕੰਟਰੀ ਹੈ। ਜਿਹੜਾ ਕਿਤੇ ਵੀ ਹੋ ਜੇ ਉਸ ਚੀਜ਼ ਦਾ ਕੋਈ ਫਾਇਦਾ ਨਹੀਂ। ਦੈਟਸ ਮੀਨ ਫਿਰ ਤਾਂ ਆਪਾਂ ਤੁਹਾਨੂੰ ਕਹਿ ਦਈਏ ਕਿ ਦੇਖੋ ਤੁਸੀਂ ਜਾ ਰਹੇ ਹੋ ਬਾਹਰ, ਦੈਟਸ ਗ੍ਰੇਟ। ਹੁਣ ਜਿਵੇਂ ਨੀਟੂ ਜੀ ਦੀ ਪ੍ਰੋਫਾਈਲ ਦੀ ਗੱਲ ਕਰੀ, ਇਹਨਾਂ ਦੀ ਗੁੜੀਆ ਦੀ ਓਵਰਆਲ 6 ਚੋਂ 5 ਹੈ, ਇੱਕੋ ਆਈਲੈਟਸ ਦਾ ਟੇਕ ਦਿੱਤਾ ਹੈ। ਮੈਂ ਕਹਿੰਦਾ ਇੱਕ ਵਾਰੀ ਰੀਟੇਕ ਦੇਣਾ ਬੰਦਾ ਇਹਦਾ ਕਿ 6 ਚ ਆ ਜਾਣਗੇ। ਦੇਖੋ ਪ੍ਰੋਪਰ ਐਸਡੀਐਸ ਫਾਈਲ ਹੋ ਜੂਗੀ। ਸੋ ਇੱਕ ਵਾਰੀ ਆਈਲੈਟਸ ਰੀਟੇਕ ਕਰਨਾ ਇਹਦੇ ਲਈ ਬੈਨੀਫਿਟ ਰਹੂਗਾ। ਜੀ 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 ਅਗਲੇ ਕਾਲਰ ਸਾਡੇ ਨਾਲ ਜੁੜੇ ਨੇ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? शुद्ध नाम हूँ मैम, हिसार से बोल रहा हूँ मैं हरियाणा से। हाँ जी, की सवाल है? हाँ जी, मेरा यूके का वो करना है मैम। यूके ਦੇ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹੋ? हाँ जी मैम। ਆਪਣੀ ਪ੍ਰੋਫਾਈਲ ਦੱਸ ਦਿਓ। +2 मैम मेरा गैप है मैम, मेरा हुआ 2013 में हुआ था मैम। +2 2013 ਵਿੱਚ ਕੀਤੀ ਹੈ ਤੁਸੀਂ? हाँ जी मैम। ਉਸ ਤੋਂ ਬਾਅਦ ਕੀ ਕੀਤਾ ਹੈ? कुछ नहीं किया मैम। ਓਕੇ, ਆਇਲਸ ਕੀਤਾ ਹੋਇਆ ਤੁਸੀਂ? 6-2 मैम। कितने 6? 2 में 6, 2 में 4.5, 550। अच्छा ठीक है हाँ जी मैम। जी हाँ जी, यूके ਲਈ ਕਹਿ ਰਹੇ ਨੇ ਔਰ 2013 ਵਿੱਚ +2 ਕੀਤੀ ਹੋਈ ਹੈ। हाँ जी। ਜੀ ਬਿਲਕੁਲ ਡੀਅਰ, ਇਸ ਪ੍ਰੋਫਾਈਲ ਦੇ ਨਾਲ ਥੋੜਾ ਵੀ ਵਾਂਟ ਹੈ ਰਿਸਰਚ ਐਕਸਪਲੋਰ ਕਰਨਾ ਪਊਗਾ ਬਿਕੋਜ਼ 13 ਤੁਹਾਡੇ ਚਲੋ ਇੰਗਲਿਸ਼ ਪ੍ਰੋਫੀਸ਼ੀਐਂਸੀ ਦੇ ਓਵਰਆਲ 6 2 ਚੋਂ 5.5 ਤੇ ਹੈ। ਪਰ ਦੇਖੋ ਜਦੋਂ ਗੱਲ UK ਜਾਂ ਆਸਟ੍ਰੇਲੀਆ ਦੀ ਆਉਂਦੀ ਹੈ ਨਾ ਤਾਂ ਹਮੇਸ਼ਾ ਮੇਰੇ ਦਿਮਾਗ ਤੇ ਇਹ ਹੁੰਦਾ ਕਿ ਯਾਰ ਆਸਟ੍ਰੇਲੀਅਨ ਤੇ UK ਹਾਈ ਕਮਿਸ਼ਨ ਇਵੇਂ ਦਾ ਹੈ ਕਿ ਜੋ ਤੁਹਾਡੇ ਪੇਪਰ ਵਰਕ ਨੂੰ ਲੈ ਕੇ ਕਾਫੀ ਜ਼ਿਆਦਾ ਸੀਰੀਅਸ ਹੈ, ਉਹ ਪ੍ਰੋਪਰਲੀ ਤੁਹਾਡੇ ਗੈਪ ਜਸਟੀਫਿਕੇਸ਼ਨ ਦੀ ਦੇਖੋ ਕੀ ਚੀਜ਼ ਹੁੰਦੀ ਹੈ। ਹਮੇਸ਼ਾ ਪ੍ਰੋਫਾਈਲ ਦੇ ਵਿੱਚ ਦੋ ਤਰ੍ਹਾਂ ਦੇ ਗੈਪ ਹੁੰਦੇ ਆ, ਇੱਕ ਸਟੱਡੀ ਗੈਪ, ਇੱਕ ਵਰਕ ਗੈਪ। ਹੁਣ ਇਹਨਾਂ ਦੀ ਪ੍ਰੋਫਾਈਲ ਜੋ ਡੀਲ ਕਰ ਰਹੀ ਹੈ ਦੈਟਸ ਡੀਲਿੰਗ ਵਿਦ ਦਾ ਸਟੱਡੀ ਗੈਪ। ਸੋ ਪ੍ਰੋਪਰਲੀ ਜੇ ਤਾਂ ਤੁਹਾਡੇ ਕੋਲ ਜਸਟੀਫਿਕੇਸ਼ਨ ਹੈਗੀ ਹੈ, ਜ਼ਰੂਰੀ ਨਹੀਂ ਜਸਟੀਫਿਕੇਸ਼ਨ ਤੁਸੀਂ ਕਿਤੇ ਕੰਮ ਹੀ ਕੀਤਾ। ਮੀਨਵਾਈਲ ਜੇ ਤੁਹਾਡੇ ਕੋਲ ਸੋਰਸ ਆਫ ਇਨਕਮ ਦੇ ਲਈ ਖੇਤੀਬਾੜੀ ਹੈ, ਕੁਝ ਵੀ ਹੈਗਾ, ਜੇ ਤੁਹਾਡੇ ਕੋਲ ਜੇ ਫਾਰਮ ਕੱਟੇ ਹੋਏ ਆ, ਉਸ ਚੀਜ਼ ਦੇ ਆਪਾਂ ਜਵਾਬਦੇਹੀ ਜੇ ਦੇ ਸਕਦੇ ਹਾਂ ਦੈਨ ਤਾਂ ਮੈਂ ਤੁਹਾਨੂੰ ਕਹੂੰਗਾ ਤੁਸੀਂ UK ਅਪਲਾਈ ਕਰ ਲਓ। ਪਰ ਫਿਰ ਵੀ ਮੈਂ ਤੁਹਾਨੂੰ ਇਸ ਪ੍ਰੋਫਾਈਲ ਦਾ ਕੋਈ ਫਾਈਨਲ ਆਊਟਪੁੱਟ ਨਹੀਂ ਦਿੰਦਾ। ਫਰਸਟਲੀ ਸੈਂਡ ਮੀ ਅ ਡੌਕਸ, ਸੋ ਸਾਡਾ ਦਿੱਤਾ ਗਿਆ ਨੰਬਰ ਆ WhatsApp, ਉੱਤੇ ਤੁਸੀਂ ਇੱਕ ਵਾਰੀ ਡਾਕੂਮੈਂਟਸ ਭੇਜੋ, ਦੈਨ ਇੱਕ ਵਾਰੀ ਪ੍ਰੋਪਰਲੀ ਰਿਸਰਚ ਕਰਕੇ ਦੇਖ ਸਕਦੇ ਆ ਕਿ ਫੋਰ ਵਿਚ ਕੰਟਰੀ, ਫੋਰ ਵਿਚ ਕੋਰਸ, ਕਿਹਦੇ ਲਈ ਤੁਸੀਂ ਕਾਲਜ ਦੇ ਲਈ ਕਿਸ ਲੋਕੇਸ਼ਨ ਦੀ ਸੂਟੇਬਲ ਹੈਗੀ ਹੈ ਜਿਹਦੇ ਚ ਅਸੀਂ ਤੁਹਾਡੇ ਪ੍ਰੋਫਾਈਲ ਦਾ ਵੀਜ਼ਾ ਗੈਟ ਕਰ ਸਕਦੇ ਹਾਂ। ਜੀ ਬਿਲਕੁਲ, ਵਾਕਈ ਕਿਉਂਕਿ ਇੰਨਾ ਗੈਪ ਹੋਵੇ ਤਾਂ ਵਾਕਈ ਥੋੜਾ ਪ੍ਰੋਫਾਈਲ ਦੇ ਉੱਪਰ ਵਰਕਿੰਗ ਮੈਨੂੰ ਲੱਗਦਾ ਵੱਧ ਜਾਂਦਾ। ਡੈਫੀਨਿਟਲੀ ਬਿਲਕੁਲ ਅਪਲਾਈ ਕੀਤਾ ਜਾਵੇ ਕਿਉਂਕਿ ਪਹਿਲਾਂ ਹੀ ਇੰਨਾ ਗੈਪ ਹੁੰਦਾ ਤਾਂ ਇਸ ਵਿੱਚ ਕੋਈ ਚਾਂਸਸ ਰਿਫਿਊਜ਼ਲ ਦੇ ਨਾ ਰਹਿਣ, ਤਾਂ ਉਸ ਲਈ ਵੀ ਜ਼ਰੂਰੀ ਹੋ ਜਾਂਦਾ ਕਿ ਦੇਖੋ ਇੱਕ ਚੀਜ਼ ਦੇਖੋ ਹਾਂ ਕਰਨਾ ਤਾਂ ਬਹੁਤ ਈਜ਼ੀ ਹੈ। ਬਿਲਕੁਲ ਬਿਲਕੁਲ ਹਾਂ ਕਰਨਾ ਤੇ ਉਸ ਚੀਜ਼ ਨੂੰ ਬਹੁਤ ਈਜ਼ੀ ਹੈ। ਉਹ ਤਾਂ ਸਾਡੇ ਸਿਆਣੇ ਵੀ ਕਹਿੰਦੇ ਆ ਯਾਰ ਗੱਲ ਨੂੰ ਪੁਗਾਉਣਾ ਔਖਾ। ਹਾਂ ਬਿਲਕੁਲ, ਦੇਖੋ ਉਸ ਗੱਲ ਨੂੰ ਖਰੇ ਉਤਰਨਾ ਹੀ ਬੰਦਾ ਹੀ ਹੋਇਆ। ਹੁਣ ਇਹਨਾਂ ਨੂੰ ਆਪਾਂ ਹਾਂ ਕਰ ਦਈਏ, ਕੱਲ ਨੂੰ ਰਿਫਿਊਜ਼ ਹੋ ਜਾਏ, ਉਹਦੇ ਨਾਲ ਸਾਡੀ ਕੰਪਨੀ ਦੀ ਇਮੇਜ ਵੀ ਖਰਾਬ ਹੁੰਦੀ ਹੈ ਔਰ ਬੰਦੇ ਦਾ ਪੈਸਾ ਤੇ ਲੈ ਨੁਕਸਾਨ ਵੀ ਹੁੰਦਾ ਹੈ। ਸੋ ਸਾਡੀ ਇਹ ਆਦਤ ਨਹੀਂ ਹੈਗੀ ਕਿ ਅਸੀਂ ਯਾਰ ਰੋਜ਼ ਦਾ 500 ਕੇਸ ਇਕੱਠਾ ਕਰਨਾ ਹੈ। ਜੇ ਅਸੀਂ 5 ਹੀ ਕਰੀਏ ਪਰ ਕਰੀਏ ਵੀਜ਼ੇ ਵਾਲੇ, ਉਹ ਥੋੜੀ ਕਲੈਰਿਟੀ ਹੋਏ ਲੱਗ ਸਕਦਾ ਡੈਫੀਨਿਟਲੀ। ਜੀ 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 ਬਿਲਕੁਲ। ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਲੁਧਿਆਣਾ ਤੋਂ ਗੱਲ ਕਰ ਰਹੀ ਹਾਂ। ਹਾਂਜੀ ਕੀ ਸਵਾਲ ਹੈ ਤੁਹਾਡਾ? ਐਕਚੁਅਲੀ ਮੈਮ ਮੈਂ ਨਾ ਕੈਨੇਡਾ ਦੇ ਸਟੱਡੀ ਵੀਜ਼ਾ ਦੇ ਲਈ ਪੁੱਛਣਾ ਸੀ ਸਰ ਨੂੰ। ਓਕੇ, ਪ੍ਰੋਫਾਈਲ ਦੱਸ ਦਿਓ ਆਪਣੀ। ਹਾਂਜੀ, ਗ੍ਰੈਜੂਏਸ਼ਨ ਕਰੀ ਹੋਈ ਹੈ ਮੈਮ। ਕਿਹੜੇ ਈਅਰ ਵਿੱਚ? 2018 18 ਵਿੱਚ ਕੀਤੀ ਹੈ, ਠੀਕ ਹੈ। ਹਾਂਜੀ ਹਾਂਜੀ ਉਸ ਤੋਂ ਬਾਅਦ ਕੀ ਕਰ ਰਹੇ ਹੋ 18 ਤੋਂ ਬਾਅਦ ਹੁਣ ਤੱਕ? ਮੈਮ ਉਸ ਤੋਂ ਬਾਅਦ ਤਾਂ ਸਕੂਲ ਦੇ ਵਿੱਚ ਸੀਗੇ, ਮਤਲਬ ਲਾਈਕ ਅਕਾਊਂਟ ਦੇ ਵਿੱਚ। ਓਕੇ ਠੀਕ ਹੈ। ਹਾਂਜੀ ਹਾਂਜੀ ਆਇਲਸ ਕਲੀਅਰ ਕੀਤਾ ਹੋਇਆ ਤੁਸੀਂ? ਹਾਂਜੀ ਹਾਂਜੀ ਮੈਂ ਆਇਲਸ ਦੇ ਵਿੱਚੋਂ ਮੇਰੇ ਓਵਰਆਲ 6.5 ਬੈਂਡ ਨੇ ਜੀ ਠੀਕ ਹਾਂਜੀ, ਹੈ। ਨਾਟ ਲੈਸ ਦੈਨ 6 ਨੇ। ਤਾਂ ਮੈਂ ਇਹ ਕਨਫਰਮ ਕਰਨਾ ਸੀਗਾ ਕਿ ਮੈਂ ਮਾਸਟਰ ਦੇ ਲਈ ਅਗਰ ਪ੍ਰੋਸੀਡ ਕਰਦੀ ਹਾਂ ਤੇ ਹੋ ਸਕਦਾ ਮੇਰਾ? ਜੀ ਕੈਨੇਡਾ ਲਈ ਕਰਨਾ ਚਾਹ ਰਹੇ ਹੋ? ਹਾਂਜੀ ਜੀ ਬਿਲਕੁਲ ਮੈਮ, ਤੁਸੀਂ ਇਸ ਪ੍ਰੋਫਾਈਲ ਦੇ ਨਾਲ ਕੈਨੇਡਾ ਲਈ ਐਲੀਜੀਬਲ ਹੋ। ਅੱਛੀ ਤੁਸੀਂ SDS ਕਾਲਜਿਸ ਦੇ ਵਿੱਚ ਐਡਮਿਸ਼ਨ ਗੈਟ ਕਰ ਸਕਦੇ ਹੋ ਇਫ ਯੂ ਹੈਡ ਏ ਪ੍ਰੋਪਰਲੀ ਜਸਟੀਫਿਕੇਸ਼ਨ ਆਫਟਰ 18। ਤੁਹਾਡੇ ਕੋਲ 18 ਦੀ ਬਾਅਦ ਦੀ ਪ੍ਰੋਪਰਲੀ ਜਸਟੀਫਿਕੇਸ਼ਨ ਹੈਗੀ ਆ। ਅੱਛੇ ਕਾਲਜਿਸ ਅੰਟਾਰੀਓ ਦੇ ਵਿੱਚ ਲੈਂਪਟਨ, ਫੈਨਸ਼ਾ, ਨਾਇਗਰਾ, ਸ਼ੈਰੀਡਨ, ਹੰਬਰ ਵਿੱਚ ਵੀ ਐਡਮਿਸ਼ਨ ਲੈ ਸਕਦੇ ਹੋ। ਹੁਣੇ ਮੇਰੇ ਕੋਲ 2 ਮਿੰਟ ਪਹਿਲੇ ਦਿਮਾਗ 'ਚ ਇੱਕ ਪੁਆਇੰਟ ਆਇਆ ਕਿ ਯਾਰ ਜਿਵੇਂ ਅਸੀਂ ਸ਼ੋਅ ਕਰਦੇ ਹਾਂ, ਸਭ ਕੁਝ ਕਰਦੇ ਹਾਂ, ਤੇ ਜਿਸ ਅਕੋਰਡਿੰਗ ਜਿੰਨਾ ਬੱਚਾ ਆਈਲੈਟਸ ਕਰ ਰਿਹਾ ਨਾ ਉਨੀ ਆਊਟਪੁੱਟ ਨਹੀਂ ਹੈ। ਜੋ ਮੈਂ ਐਗਜ਼ੈਕਟ ਦੇਖਿਆ ਜਾਏ, ਕਹਿ ਲਓ ਕਿ ਇੱਕ ਜੇ ਇੰਸਟੀਚਿਊਟ ਦੇ ਪਿੱਛੇ
50 ਬੱਚੇ ਕਰ ਰਿਹਾ ਤੇ 50 ਦੇ ਵਿੱਚੋਂ 5 ਹੀ ਬਾਹਰ ਜਾ ਰਿਹਾ, 45 ਸਟਿਲ ਉੱਥੇ ਹੈ। ਹਾਂ ਬਿਲਕੁਲ ਬਿਲਕੁਲ, ਇਹ ਤਾਂ ਸਹੀ ਜੋ ਮੈਂ ਪੁਆਇੰਟਸ ਜੋ ਮੇਰੇ ਦਿਮਾਗ ਤੇ ਹੁਣੇ ਇੱਕ ਜੋ ਕਹ ਲੂੰ ਕਿ ਇੱਕ ਆਊਟ ਆਫ ਸਿਲੇਬਸ ਹੈ, ਕਿ ਸ਼ੋਅ ਦਾ ਟੌਪਿਕ ਨਹੀਂ ਹੈ, ਬਟ ਫਿਰ ਵੀ ਇੱਕ ਪੁਆਇੰਟਸ ਮੇਰੇ ਦਿਮਾਗ 'ਚ ਆ ਰਿਹਾ ਕਿ ਯਾਰ ਇੰਨੇ ਬੱਚੇ ਕੁਐਰੀ ਜਨਰੇਟ ਕਰਦੇ, ਦੇਖੋ ਕੱਲਾ ਸਾਡਾ ਇਮੀਗ੍ਰੇਸ਼ਨ ਨਹੀਂ ਹੈ ਜਾਂ ਕੱਲੇ ਇਹੀ ਬੱਚੇ ਨਹੀਂ ਹੈ, ਹੇਅਰਸ ਅ ਨੰਬਰ ਆਫ ਇਮੀਗ੍ਰੇਸ਼ਨ ਇਨ ਆਲ ਓਵਰ ਦਾ ਇੰਡੀਆ, ਠੀਕ ਹੈ, ਹਰ ਜਗ੍ਹਾ ਆਈਲੈਟਸ ਇੰਸਟੀਚਿਊਟ ਹੈਗਾ, ਪਰ ਬਟ ਕਮੀ ਕਿੱਥੇ ਹੈ? ਜੇ ਆਪਾਂ ਐਫਰਟਸ ਵੀ ਲਗਾ ਰਹੇ ਹਾਂ, ਸਵੇਰੇ 9 ਤੋਂ 6 ਆਈਲੈਟਸ ਦੀ ਕਲਾਸ ਵੀ ਜਾ ਰਹੇ ਹਾਂ, ਬਾਅਦ 'ਚ ਐਗਜ਼ਾਮ ਵੀ ਭਰ ਕੇ ਸਾਡੇ ਬੈਂਡ ਕਿਸੇ ਦੇ ਆ ਗਏ ਕਿਸੇ ਦੇ ਰਹਿ ਗਏ, ਫਿਰ ਉਸ ਤੋਂ ਬਾਅਦ ਆਪਾਂ ਫਾਈਲਿੰਗ ਦਾ ਵੀ ਸੋਚਦੇ ਹਾਂ। ਦੇਖੋ ਇਹ ਸਫ਼ਰ ਕੱਲਾ ਇਹ ਨਹੀਂ ਹੈਗਾ ਕਿ ਸਾਡੇ ਕੋਲ ਆਇਆ ਤੇ ਅੱਜ ਤੋਂ ਸ਼ੁਰੂ ਹੈ, ਇਹ ਵੇਖਿਆ ਜਾਂਦਾ ਬੱਚਾ ਸੁਪਨਾ ਕਹਿ ਲਓ ਕਿ ਕੋਈ ਬਾਏ ਬਰਥ ਦੇਖਦੇ ਹੈ, ਕੋਈ ਆਫਟਰ +2 ਦੇਖਦਾ ਹੈ, ਕੋਈ ਆਪਣੇ ਘਰ ਦੇ ਹਾਲਾਤ ਕਰਕੇ ਵੇਖਦਾ ਹੈ ਕਿ ਨਹੀਂ ਯਾਰ ਮੈਂ ਬਾਹਰ ਜਾ ਕੇ 5-7 ਸਾਲ ਲਾ ਕੇ ਵਧੀਆ ਪੈਸੇ ਕਮਾ ਕੇ ਮਾਂ-ਬਾਪ ਦਾ ਨਾਂ ਰੋਸ਼ਨ ਕਰੂੰਗਾ। ਸੋ ਇਹ ਸੁਪਨਾ ਛੋਟਾ ਨਹੀਂ ਹੈਗਾ ਜੋ ਆਪਾਂ ਕਹਿੰਦੇ ਹਾਂ ਕਿ ਯਾਰ ਰਿਫਿਊਜ਼ ਹੋ ਗਿਆ। ਦੇਖੋ ਕਿਸੇ ਦੇ ਇਮੋਸ਼ਨਸ ਦੇ ਨਾਲ ਖੇਡਣਾ ਇਜ਼ ਵੈਰੀ ਬਿਗ ਕ੍ਰਾਈਮ, ਜੋ ਮੈਂ ਚੀਜ਼ ਮੰਨਦਾ ਹੈ ਨਾ। ਸੋ ਕਨਸੈਪਟ ਕਿੱਥੇ ਹੈਗਾ ਕਿ ਜੇ ਆਪਾਂ ਬਾਈਂਡ ਅਪ ਕਰਦੇ ਹਾਂ, ਨੋ ਡਾਊਟ ਸਾਡਾ ਜਿਹੜਾ ਸ਼ੋਅ ਹੈਗਾ 30 ਮਿੰਟ ਦਾ ਹੈਗਾ, ਪਰ 30 ਮਿੰਟ ਦੇ ਵਿੱਚ ਇੰਨੇ ਆਪਾਂ ਵਿਚਾਰ ਸਾਂਝੇ ਨਹੀਂ ਕਰ ਸਕਦੇ, ਬਟ ਇੱਕ ਕਨਸੈਪਟ ਦੀ ਗੱਲ ਹੈ ਕਿ ਇਹ ਬਹੁਤ ਵੱਡੀ ਇੱਕ ਕਹਿ ਲਓ ਚੇਨ ਹੈ, ਕਿੱਥੋਂ ਬੱਚਾ ਜਾਂਦਾ ਪਹਿਲੇ ਦਿਨ ਆਈਲੈਟਸ ਕਰਨ, ਫਿਰ ਐਗਜ਼ਾਮ ਫੀਲ ਕਰਦਾ, ਫਿਰ ਬੈਂਡ ਸਕੋਰ ਦੀ ਵੇਟ ਕਰਦਾ 13 ਦਿਨ ਕਿ ਯਾਰ ਕੀ ਬੈਂਡ ਆਊਗੇ ਮੇਰੇ, ਕਈ ਬੱਚੇ ਤਾਂ ਰੋਟੀ ਪਾਣੀ ਨਹੀਂ ਖਾਂਦੇ, ਚਲੋ ਬੈਂਡ ਸਕੋਰ ਆ ਗਏ, ਫਿਰ ਏਜੰਟ ਕੋ ਜਾਂਦਾ, ਜਦੋਂ ਅੱਗੇ ਏਜੰਟ ਸਹੀ ਸਲਾਹ ਨਹੀਂ ਦਿੰਦਾ ਜਾਂ ਕਹਿ ਲਓ ਕਿ ਫਾਈਲ ਵੀ ਲੱਗ ਜਾਂਦੀ ਹੈ, ਜਦੋਂ ਰਿਫਿਊਜ਼ ਹੁੰਦਾ ਨਾ ਤੇ ਬੜਾ ਮਨ ਦੁਖੀ ਹੁੰਦਾ ਯਾਰ ਕਿ ਪਤਾ ਨਹੀਂ ਕੀ ਹੈ। ਦੇਖੋ ਜੋ ਗੱਲ ਹੈਗੀ ਹੈ, ਹਮੇਸ਼ਾ ਜਦੋਂ ਵੀ ਤੁਸੀਂ ਕਿਸੇ ਵੀ ਏਜੰਟ ਤੋਂ ਜਾਂਦੇ ਹੋ 3-4 ਚੀਜ਼ਾਂ ਦਾ ਸਖਤ ਇਟਸ ਮੈਂਡੇਟਰੀ, ਇਟਸ ਮਸਟ ਕਿ ਤੁਸੀਂ ਇਸ ਚੀਜ਼ ਤੇ ਫੋਕਸ ਕਰਨਾ ਹੈ ਕਿ ਜੋ ਤੁਹਾਨੂੰ ਕਾਲਜ ਮਿਲ ਰਿਹਾ, ਕੋਰਸ ਮਿਲ ਰਿਹਾ, ਲੋਕੇਸ਼ਨ ਮਿਲ ਰਹੀ ਹੈ, ਉਹਦੇ ਤੁਹਾਡੇ ਨਾਲ ਰੈਲੀਵੈਂਸੀ ਕਿੰਨੀ ਹੈ, ਠੀਕ ਹੈ ਜੀ, ਪਲੱਸ ਉਸ ਪ੍ਰੋਫਾਈਲ ਦੇ ਉੱਤੇ ਕਿਆ ਵੀਜ਼ਾ ਰੇਟ ਰਹੀ ਹੈ। ਦੇਖੋ ਜੇ ਆਪਾਂ ਇਸ ਚੀਜ਼ਾਂ ਨੂੰ ਪਹਿਲੇ ਹੀ ਪ੍ਰੀ ਪਲਾਨਡ ਰਵਾਂਗੇ ਤੇ ਡੈਫੀਨੇਟਲੀ ਜਿੱਥੇ ਆਪਣੇ ਪੰਜਾਬ ਦੀ ਵੀਜ਼ਾ ਰੇਸ਼ੋ 10 ਆਊਟ ਆਫ 5 ਹੈਗੀ ਹੈ, ਉਸ ਵੀਜ਼ਾ ਰੇਟ ਨੂੰ ਅਸੀਂ ਅਪਗ੍ਰੇਡ ਕਰ ਸਕਦੇ ਹਾਂ। ਡੈਫੀਨੇਟਲੀ ਇੱਕ ਸਹੀ ਰਾਏ, ਸਹੀ ਏਜੰਟ, ਸਹੀ ਗਾਈਡੈਂਸ ਬਹੁਤ ਮਸਟ ਹੈ ਕਿ ਜੋ ਇਸ ਟਾਈਮ ਰੇਅਰ ਬੱਚਿਆਂ ਨੂੰ ਮਿਲ ਰਹੀ ਹੈ, ਜਿਸ ਕਰਕੇ ਲੈਕ ਆਫ ਅਵੇਅਰਨੈਸ ਕਰਕੇ ਸਾਡੀ ਆਊਟਪੁੱਟ ਵਧੀਆ ਨਹੀਂ ਜਾ ਰਹੀ। ਬਾਕੀ ਇਸ ਟਾਈਮ ਹਰ ਇੱਕ ਕੰਟਰੀ ਦੀ, ਕੈਨੇਡਾ ਦੀ, ਆਸਟ੍ਰੇਲੀਆ ਦੀ, UK ਦੀ, USA ਦੀ ਹਾਈ ਕਮਿਸ਼ਨਸ ਵਰਕਿੰਗ ਦੇ ਵਿੱਚ ਹੈ ਔਰ ਇਸ ਟਾਈਮ ਥੋੜੀ ਲੀਨੀਅੰਸੀ ਵੀ ਦੇ ਰਿਹਾ। ਜੇ ਤੁਸੀਂ, ਮੈਂ ਕਹਿ ਰਿਹਾ ਇਹ ਨਹੀਂ ਕਹਿ ਰਿਹਾ ਕਿ ਜੇ ਉਹਦੀ 10 ਡਿਮਾਂਡਾਂ ਤੁਸੀਂ 10 ਨੂੰ ਪੂਰਾ ਕਰ ਰਹੇ ਹੋ ਦੈਨ ਵੀਜ਼ਾ ਦੇ ਰਿਹਾ, ਮੈਂ ਕਹਿ ਰਿਹਾ ਤੁਸੀਂ 10 ਚੋਂ 7 ਵੀ ਕਰਤੀਆਂ ਨਾ ਪੂਰੀਆਂ, ਉਹ ਵੀਜ਼ਾ ਦੇਣਗੇ। ਪਰ ਕਈ ਵਾਰੀ ਸਾਡੇ ਕੋਲ 7 ਕਿਹਾ, ਸਾਡੇ ਕੋਲ 2 ਨਹੀਂ ਪੂਰੀਆਂ ਹੁੰਦੀਆਂ। ਬਿਲਕੁਲ। ਸੋ ਇਸ ਕਰਕੇ ਆਪਾਂ ਕਿਤੇ ਨਾ ਕਿਤੇ ਲੈਕ ਕਰਦੇ ਹਾਂ ਜੀ ਬਿਲਕੁਲ। ਤੇ ਇਹ ਚੀਜ਼ਾਂ ਨੂੰ ਸਮਝਣਾ ਤੁਹਾਡੇ ਆਪਣੇ ਹੱਥ ਵਿੱਚ ਵੀ ਹੈ ਕਿ ਤੁਸੀਂ ਜ਼ਰੂਰ ਇਹਨਾਂ ਚੀਜ਼ਾਂ ਨੂੰ ਸਮਝੋ, ਪਰਖੋ। ਤੇ ਬਾਕੀ ਜੋ ਸਕਰੀਨ ਦੇ ਉੱਪਰ ਨੰਬਰ ਡਿਸਪਲੇ ਹੋ ਰਹੇ, ਇਸ ਦੇ ਲਈ ਤੁਸੀਂ ਸ਼ੋਅ ਦੇ ਵਿੱਚ ਤਾਂ ਕਾਲ ਕਰ ਹੀ ਸਕਦੇ ਹੋ, ਜਿਹੜੇ ਸ਼ੋਅ ਵਿੱਚ ਕਾਲ ਨਹੀਂ ਕਰ ਸਕੇ ਸ਼ੋਅ ਤੋਂ ਬਾਅਦ ਵੀ ਤੁਸੀਂ ਸੇਮ ਇਹਨਾਂ ਨੰਬਰ ਸੇ ਕਾਲ ਕਰ ਸਕਦੇ ਹੋ। ਐਸਐਸ ਮੋਹਾਲੀ ਦੀ ਟੀਮ ਤੁਹਾਨੂੰ ਸਹੀ ਸਲਾਹ ਦੇਣ ਦੇ ਲਈ ਹਰ ਵੇਲੇ ਤਿਆਰ ਹੈ। ਤੇ ਮੈਂ ਇੱਕ ਜਾਂਦੇ ਨਾ ਇੱਕ ਜ਼ਰੂਰ ਪੁੱਛਣਾ ਚਾਹੂੰਗੀ ਕਿ ਆਪਾਂ ਕੰਟਰੀ ਵਾਈਜ਼ ਥੋੜਾ ਸਟੂਡੈਂਟਸ ਨੂੰ ਇਨਟੇਕ ਬਾਰੇ ਵੀ ਜਾਣਕਾਰੀ ਦੇ ਦਈਏ ਤਾਂ ਕਿ ਟਾਈਮ ਰਹਿੰਦਿਆਂ ਉਹ ਅਪਲਾਈ ਕਰਨ ਤੇ ਆਪਣੀ ਸੀਟ ਜੋ ਹੈ ਲੈ ਸਕਣ। ਜੀ ਬਿਲਕੁਲ। ਇਸ ਟਾਈਮ ਜੇ ਤਾਂ ਮੈਂ ਕੈਨੇਡਾ ਦਾ ਮੇਜਰ ਇਨਟੇਕ ਕੰਸੀਡਰ ਕਰੂੰਗਾ ਤਾਂ ਸਤੰਬਰ ਵਿੱਚ ਵੀ ਇਸ ਟਾਈਮ 70-80% ਸੀਟਸ ਬੁੱਕ ਹੋ ਚੁੱਕੀਆਂ। ਜੇ ਗੱਲ ਕਰਾਂ ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਅਪ੍ਰੈਲ ਇਨਟੇਕ ਲੈਣ ਦਾ ਕੋਈ ਫਾਇਦਾ ਨਹੀਂ ਹੈਗਾ, ਬਿਕੋਜ਼ ਹਾਈ ਕਮਿਸ਼ਨ ਵੱਲੋਂ ਰਿਜ਼ਲਟ ਥੋੜੇ ਡਿਲੇ ਹੈਗੇ ਆ। ਸੋ ਇਸ ਟਾਈਮ ਤੁਸੀਂ ਜੂਨ ਜਾਂ ਜੁਲਾਈ ਨੂੰ ਅਪਰੋਚ ਕਰੋ। ਫੋਰ ਦਾ UK ਸਾਰਿਆਂ ਨੂੰ ਪਤਾ ਸਤੰਬਰ ਅਕਤੂਬਰ ਇਸ ਟਾਈਮ ਐਕਟਿਵ ਪੋਰਟਲ ਦੇ ਵਿੱਚ ਹੈਗਾ। USA ਦੇ ਵਿੱਚ ਡਿਪੈਂਡ ਕਰਦਾ ਕਿ ਤੁਹਾਡੀ I-20 ਦਾ ਕਿਆ ਟਾਈਮ ਰਹੂਗਾ। ਪਰ ਬਾਕੀ ਫਿਰ ਮੈਂ ਇੱਕ ਜਾਂਦੇ ਹਰ ਇੱਕ ਬੱਚੇ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਬਿਫੋਰ ਫਾਈਲਿੰਗ, ਬਿਫੋਰ ਐਡਮਿਸ਼ਨ, ਬਿਫੋਰ ਸਟਾਰਟ ਯੂਰ ਪ੍ਰੋਸੈਸ, ਮੇਕ ਸ਼ੋਰ ਥੋੜਾ ਜਿਹਾ ਪ੍ਰੀ ਪਲਾਨ ਲਵੋ ਕਿ ਤੁਹਾਨੂੰ ਕਿਆ ਬੰਦਾ ਕਿਆ ਗਾਈਡ ਕਰ ਰਿਹਾ, ਕਿਆ ਨਹੀਂ ਗਾਈਡ ਕਰ ਰਿਹਾ। ਇਹ ਨਹੀਂ ਕਿ ਅੰਨੇ ਧੁੰਦ ਸਿਰਫ ਬਾਹਰ ਹੀ ਜਾਣਾ, ਪੈਸੇ ਦੇਈ ਜਾਣੇ ਆ, ਜੇ ਇਕੱਲਾ ਬਾਹਰ ਜਾਣਾ ਤਾਂ ਡੋਂਕੀ ਲਾ ਕੇ ਚਲੇ ਜਾਣਾ। ਸੋ ਇੱਕ ਸਹੀ ਗਾਈਡੈਂਸ ਬਹੁਤ ਜ਼ਰੂਰੀ ਹੈ। ਜੀ ਬਿਲਕੁਲ। ਸੋ ਇਹ ਗੱਲ ਬਹੁਤ ਜ਼ਰੂਰੀ ਹੋ ਜਾਂਦੀ ਕਿ ਆਪਣੀ ਪ੍ਰੋਫਾਈਲ ਨੂੰ ਵੀ ਸਮਝੋ ਕਿ ਤੁਹਾਡੀ ਪ੍ਰੋਫਾਈਲ ਕਿੱਥੇ ਲਈ ਐਲੀਜੀਬਲ ਹੈ। ਇੰਨੀ ਕੁ ਸਟੱਡੀ ਜ਼ਰੂਰ ਕਰਕੇ ਰੱਖਿਆ ਕਰੋ। ਇਹ ਨਹੀਂ ਕਿ ਕਿਸੇ ਠੀਕ ਹੈ ਚੰਗੇ ਕੰਸਲਟੈਂਟ ਵੀ ਹੁੰਦੇ ਨੇ ਤਾਂ ਕੁਝ ਆਪਾਂ ਏਜੰਟਸ ਵੀ ਅਸੀਂ ਕਹਿ ਸਕਦੇ ਹਾਂ ਜੋ ਸਿਰਫ ਪੈਸੇ ਬਣਾਉਣ ਦੀ ਦੌੜ ਵਿੱਚ ਲੱਗੇ ਹੁੰਦੇ ਨੇ। ਸੋ ਆਪਣੇ ਫਾਇਦੇ ਦੇ ਅਨੁਸਾਰ ਤੁਹਾਨੂੰ ਕਈ ਵਾਰੀ ਗਾਈਡ ਕਰ ਦਿੰਦੇ ਨੇ ਔਰ ਤੁਹਾਡੀ ਜੋ ਹੈ ਕਿ ਰਿਫਿਊਜ਼ਲ ਦਾ ਕਾਰਨ ਬਣ ਜਾਂਦਾ। ਸੋ ਅਵੇਅਰ ਹੋਵੋ, ਆਪਣੀ ਪ੍ਰੋਫਾਈਲ ਨੂੰ ਸਟੱਡੀ ਕਰੋ, ਤੁਸੀਂ ਸਮਝੋ ਕਿ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਕਿਹੜਾ ਕੋਰਸ ਸਹੀ ਹੈ, ਕਿਹੜੀ ਕੰਟਰੀ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਕਿ ਸਕਸੈਸਫੁਲੀ ਤੁਹਾਡਾ ਜੋ ਹੈ ਵੀਜ਼ਾ ਲੱਗ ਸਕੇ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।